ਅੱਜ ਆਪਾਂ ਗੌੜੀ ਰਾਗ ਦੇ ਵਿੱਚ ਜਿਹੜੀ ਚੌਥੀ ਪਾਤਸ਼ਾਹੀ ਦੀ ਵਾਰ ਲੈ ਰਹੇ ਹਾਂ ਆਪਾਂ 33 ਪਤਾ ਨਹੀਂ ਇੰਨੀਆਂ ਪੌੜੀਆਂ ਹੈਗੀਆਂ ਉਹਦੀਆਂ। ਉਹਦੇ ਵਿੱਚੋਂ ਆਪਾਂ 21ਵੀਂ ਪੌੜੀ ਲੈ ਰਹੇ ਹਾਂ ਔਰ ਉਹਦੇ ਨਾਲ ਸ਼ਲੋਕ ਲੱਗੇ ਹੋਏ ਆ। ਅੰਗ 312 312 ਸ਼ਲੋਕ ਮਹਲਾ ਚੌਥਾ। ਇਹ ਨਾ ਬਾਣੀ ਜਿਹੜੀ ਕਹਿੰਦੀ ਹੈ ਕਿ ਬਈ ਬ੍ਰਹਮ ਗਿਆਨੀ ਗੁਰੂ ਸਤਿਗੁਰੂ ਉਹਨਾਂ ਦੇ ਕੋਲੋਂ ਜਿਹੜਾ ਹੈਗਾ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਜਦ ਤੱਕ ਉਹਨਾਂ ਦੇ ਕੋਲੋਂ ਗਿਆਨ ਨਹੀਂ ਆਏਗਾ ਤੇ ਆਪਾਂ ਜਿਹੜੇ ਹੈਗੇ ਪਰਮਾਤਮਾ ਦੇ ਬਾਰੇ ਕੁਛ ਵੀ ਨਹੀਂ ਜਾਣ ਸਕਦੇ। ਉਸ ਯਾਤਰਾ ਦੇ ਬਾਰੇ ਮਾਲਕ ਪਰਮਾਤਮਾ ਦੇ ਬਾਰੇ ਜਿਹੜਾ ਹੈਗਾ ਆਪਾਂ ਬਿਲਕੁਲ ਕੋਰੇ ਹੈਗੇ ਆ, ਕਿਉਂਕਿ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਅਣਦਿਸਦਾ ਹੈਗਾ। ਉਹਦਾ ਕੋਈ ਰੂਪ ਰੇਖ ਰੰਗ ਨਹੀਂ ਹੈਗਾ ਮਾਲਕ ਪਰਮਾਤਮਾ ਦਾ। ਉਹਨੂੰ ਜਿਹੜਾ ਹੈਗਾ ਅਨੁਭਵ ਕੀਤਾ ਜਾ ਸਕਦਾ ਹੈ ਜੇ ਆਪਾਂ ਜਿਹੜੇ ਹੈਗੇ ਆ ਮਾਇਆ ਜਿਹੜੀ ਹੈਗੀ ਆ, ਇਹ ਮਾਇਆ ਜੋ ਦਿਸ ਰਿਹਾ ਆ, ਇਹਨੂੰ ਜਿਹੜਾ ਅਨੁਭਵ ਕਰਨਾ ਬੰਦ ਕਰ ਦਈਏ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਜਿਨ੍ਹਾਂ ਨੇ ਅਨੁਭਵ ਕੀਤਾ ਹੈ ਵੀ ਉਹਨਾਂ ਨੇ ਕਿਵੇਂ ਅਨੁਭਵ ਕੀਤਾ ਹੈ, ਸਾਨੂੰ ਵੀ ਉਹ ਅਨੁਭਵ ਦੱਸ ਦੇਣ। ਅਤੇ ਉਹਦੇ ਵਾਸਤੇ ਭਾਈ ਉਹਨਾਂ ਦੀ ਸੰਗਤ ਕਰਨੀ ਪੈਂਦੀ ਆ, ਉਹਨਾਂ ਦਾ ਗਿਆਨ ਲੈਣਾ ਪੈਂਦਾ ਉਹਨਾਂ ਦਾ ਗਿਆਨ ਉਹਨਾਂ ਦੇ ਕੋਲੋਂ, ਔਰ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਉਸ ਗਿਆਨ ਦੇ ਅਨੁਸਾਰ ਉਹ ਕਾਰਵਾਈ ਕਰਨੀ ਪੈਂਦੀ ਆ ਜੋ ਉਹਨਾਂ ਨੇ ਕੀਤੀ ਹੈ, ਤਾਂ ਜਾ ਕੇ ਗੱਲ ਬਣਦੀ ਆ। ਹੁਣ ਇੱਥੇ ਮਹਾਰਾਜ ਕਹਿੰਦੇ ਆ ਭਾਈ ਸੰਗਤ ਦੇ ਵਿੱਚ ਬ੍ਰਹਮ ਗਿਆਨੀਆਂ ਦੇ ਕੋਲ, ਗੁਰੂ ਦੇ ਕੋਲ, ਸਤਿਗੁਰੂ ਦੇ ਕੋਲ ਸੰਗਤ ਦੇ ਵਿੱਚ ਸਾਰੇ ਚਲੇ ਜਾਂਦੇ ਆ। ਕੋਈ ਜਿਹੜਾ ਹੈਗਾ ਕਿਸੇ ਨੂੰ ਇੰਟਰਸਟ ਹੈਗਾ, ਕਿਸੇ ਨੂੰ ਨਹੀਂ ਇੰਟਰਸਟ ਹੈਗਾ, ਸਾਰੇ ਜਾਣਗੇ ਸ਼ੌਕੀਆ, ਸਾਰੇ ਚਲੇ ਜਾਂਦੇ ਆ। ਸਾਕਤ ਵੀ ਚਲੇ ਜਾਂਦੇ ਆ, ਗੁਰਮੁਖ ਵੀ ਚਲੇ ਜਾਂਦੇ ਆ, ਮਨਮੁਖ ਵੀ ਚਲੇ ਜਾਂਦੇ ਆ, ਦੁਰਮਤ ਵਾਲੇ ਵੀ ਚਲੇ ਜਾਂਦੇ ਆ, ਸਾਰੇ ਚਲੇ ਜਾਣਗੇ। ਸ਼ਲੋਕ ਮਹਲਾ ਚੌਥਾ। ਸਾਕਤ ਜਾਏ ਨਿਵੇਂ ਗੁਰ ਆਗੇ, ਮਨੇ ਖੋਟੇ ਕੂੜਿਆਰੇ। ਕਹਿੰਦੇ ਹੁਣ ਸਾਕਤ ਜਿਹੜੇ ਹੈਗੇ, ਸਾਕਤ ਉਹ ਹੁੰਦਾ ਜਿਹੜਾ ਰੱਬ ਵਾਲੇ ਪਾਸਿਓਂ ਰੱਬ ਤੋਂ ਟੁੱਟਾ ਹੋਇਆ ਹੁੰਦਾ, ਜਿਹਦੇ ਪਰਮਾਤਮਾ ਜੀ ਦੇ ਜੀਵਨ ਦੇ ਵਿੱਚ ਨਹੀਂ ਹੁੰਦਾ। ਜਿਹੜਾ ਹੈਗਾ ਸਿਰਫ ਜਿਹੜਾ ਹੈ ਮਾਇਆ ਮੈਟਰ ਜਿਹੜਾ ਹੈਗਾ ਉਹਦੇ ਨਾਲ ਹੀ ਜਿਹਦਾ ਤਾਲੁਕ ਹੁੰਦਾ ਹੈ, ਝੂਠ ਦੇ ਨਾਲ। ਸਾਕਤ ਜਾਏ ਨਿਵੇਂ ਗੁਰ ਆਗੇ। ਦੇਖੋ ਗੁਰੂ ਦੇ ਅੱਗੇ ਨਿਵਦੇ ਆ, ਜਾ ਕੇ ਗੁਰੂ ਦੇ ਅੱਗੇ ਝੁਕਦੇ ਆ, ਮੱਥਾ ਟੇਕਦੇ ਆ ਗੁਰੂ ਦੇ ਅੱਗੇ, ਬਿਲਕੁਲ ਗੁਰਮੁਖਾਂ ਵਾਂਗੂ ਜਿਵੇਂ ਜਿਹੜੇ ਹੈਗੇ ਆ ਗੁਰਸਿੱਖ ਹੈਗੇ ਉਵੇਂ ਦਾ ਬਿਹੇਵੀਅਰ ਹੁੰਦਾ ਹੈ, ਸ਼ਕਲ ਸੂਰਤ ਵੀ ਉਵੇਂ ਦੀ ਹੁੰਦੀ ਹੈ, ਔਰ ਜਿਹੜਾ ਹੈਗਾ ਐਕਸ਼ਨ ਵੀ ਉਸੇ ਤਰੀਕੇ ਦੇ ਹੁੰਦੇ ਆ। ਸਾਕਤ ਜਾਏ ਨਿਵੇਂ ਗੁਰ ਆਗੇ, ਮਨੇ ਖੋਟੇ ਕੂੜਿਆਰੇ। ਮਨ ਤੋਂ ਖੋਟ ਹੈਗੀ ਅੰਦਰੋਂ। ਹਾਂਜੀ। ਸੀਸ ਨਿਵਾਏ ਕਿਆ ਹੁਆ, ਕਿਆ ਥੀਏ ਜਾਂ ਹਿਰਦੇ ਕਸੁੱਧੇ ਜਾਏ। ਹਾਂ, ਸੀਸ ਨਿਵਾਈਏ ਧੂਣਾ ਨਿਵੇ ਜਿਉ ਹੰਤਾ ਮਰ ਗਾਏ। ਸਾਕਤ ਜਾਏ ਨਿਵੇਂ ਗੁਰ ਆਗੇ, ਮਨੇ ਖੋਟੇ ਕੂੜਿਆਰੇ। ਕਹਿੰਦੇ ਮਨ ਦੇ ਵਿੱਚ ਖੋਟ ਹੈਗੀ ਆ, ਕੂੜ ਹੈਗਾ, ਕੂੜੇ ਆ, ਝੂਠੇ ਹੈਗੇ ਬਿਲਕੁਲ। ਇੰਟਰਸਟ ਉਹਨਾਂ ਦਾ ਜਿਹੜਾ ਬੈਂਟ ਆਫ ਮਾਈਂਡ ਜਿਹੜਾ ਹੈਗਾ, ਉਹਨਾਂ ਦਾ ਹਿਰਦਾ ਜਿਹੜਾ ਹੈਗਾ, ਉਹਨਾਂ ਦਾ ਉਰ ਜਿਹੜਾ ਹੈਗਾ ਉਹ ਕੂੜ ਦੇ ਨਾਲ ਹੈਗਾ। ਉੱਥੇ ਕੂੜ ਹੈਗਾ, ਉੱਥੇ ਕੂੜ ਚਾਹੀਦਾ ਉਹਨਾਂ ਨੂੰ। ਦੁਨੀਆ ਦੇ ਪਦਾਰਥ, ਸਵਾਦ, ਚੋਗਾ, ਧਨ ਦੌਲਤ, ਆਹੀ ਹੈਗਾ ਉਹਨਾਂ ਦਾ ਇੰਟਰਸਟ। ਵਡਿਆਈ, ਸੋਭਾ ਦੁਨੀਆ ਦੇ ਵਿੱਚ। ਸਾਕਤ ਜਾਏ ਨਿਵੇਂ ਗੁਰ ਆਗੇ, ਮਨੇ ਖੋਟੇ ਕੂੜਿਆਰੇ। ਜਾਂ ਗੁਰ ਕਹੇ ਉਠੋ ਮੇਰੇ ਭਾਈ, ਬਹਿ ਜਾਏ ਕੁਸਰ ਬਗੁਲਾਰੇ।
ਜਦ ਗੁਰੂ ਕਹਿੰਦਾ ਉੱਠੋ ਭਾਈ ਭਰਾਓ, ਐਕਸ਼ਨ ਕਰੋ, ਭਗਤੀ ਕਰੋ, ਧਿਆਨ ਸਿਮਰਨ ਕਰੋ, ਜਾਂ ਗੁਰ ਕਹੇ ਉੱਠੋ ਮੇਰੇ ਭਾਈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠੇ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਜਦ ਗੁਰੂ ਆ ਕਹਿੰਦਾ ਹੈ ਉਦੋਂ ਨਹੀਂ ਭਾਈ। ਜਾਂ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਘੁਸਰ ਬਗੁਲਾਰੇ, ਬਸ ਬਗੁਲਾ ਜਿਵੇਂ ਜਿਹੜਾ ਹੈਗਾ ਵਿੱਚ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਦੇ ਵਿੱਚ ਹੀ ਰਲ ਕੇ ਜਿਹੜਾ ਹੈਗਾ ਘੁਸਰ ਮੁਸਰ ਕਰਕੇ ਅੰਦਰ ਹੀ ਵੜ ਜਾਂਦੇ, ਪਤਾ ਹੀ ਨਹੀਂ ਲੱਗਣ ਦਿੰਦੇ ਮੂੰਹ ਨੀਵਾਂ ਕਰਕੇ, ਔਰ ਜੋ ਗੁਰੂ ਕਹਿ ਰਿਹਾ ਉਹ ਕੰਮ ਨਹੀਂ ਕਰਦੇ। ਸਾਖਤ ਜਾਏ ਨਿਵਹਿ ਗੁਰ ਆ ਗਏ, ਮਨੇ ਖੋਟੇ ਕੂੜੇ ਕੁੜਿਆਰੇ। ਜਾਂ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਘੁਸਰ ਬਗੁਲਾਰੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ। ਗੁਰਸਿੱਖ ਜਿਹੜੇ ਹੈਗੇ ਆ ਉਹਨਾਂ ਦੇ ਅੰਦਰ ਤਾਂ ਗੁਰੂ ਵਰਤ ਰਿਹਾ ਆ, ਉਹ ਤਾਂ ਤਤਪਰ ਹੈਗੇ, ਉਹ ਤਾਂ ਕਹਿੰਦੇ ਗੁਰੂ ਦੇ ਮੁਖ ਤੋਂ ਨਿਕਲੇ ਤਾਂ ਸਹੀ ਕੋਈ ਵਾਕ, ਆ ਗੁਰਬਾਣੀ ਕੋਈ ਜਿਹੜੀ ਹੈਗੀ ਕਿਨੂੰ ਮੈਨੂੰ ਪਤਾ ਤਾਂ ਲੱਗੇ ਵੀ ਕੋਈ ਮੇਰੇ 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 ਮੈਨੂੰ ਇਹਦੇ ਵਿੱਚੋਂ ਕੁਛ ਕੋਈ ਕਾਰਵਾਈ ਕਰਨ ਵਾਸਤੇ ਮੈਨੂੰ ਗਿਆਨ ਲੱਭੇ ਤਾਂ ਸਹੀ। ਉਹ ਤਾਂ ਬਿਲਕੁਲ ਤਤਪਰ ਹੁੰਦੇ ਆ ਉਹ ਗਿਆਨ ਨੂੰ ਆਪਣੇ ਅੰਦਰ ਘਟਾਉਣ ਦੇ ਵਾਸਤੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ, ਉਹ ਤਾਂ ਭਾਈ ਲੱਦੋ ਵਾਰੇ ਹੈਗੇ, ਉਹ ਤਾਂ ਆਪਣੇ ਆਪ ਨੂੰ ਵਾਰਨ ਵਾਲੇ ਹੈਗੇ ਆ। ਉਹਨਾਂ ਨੂੰ ਤਾਂ ਮਸਾਂ ਜਿਹੜਾ ਹੈਗਾ ਲੱਭਿਆ ਇਹ ਜਿਹੜਾ ਬ੍ਰਹਮ ਗਿਆਨ, ਉਹ ਤਾਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਹੁੰਦੇ ਆ ਭਾਈ, ਇਸ ਬੋਲ ਤੇ, ਇਸ ਅੱਖਰਾਂ ਤੇ, ਇਸ ਗੁਰੂ ਦੀ ਮੱਤ ਦੇ ਉੱਤੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਚੁਣ ਕੱਢੇ ਲੱਦੋ ਵਾਰੇ, ਓਏ ਅੱਗੇ ਪਿੱਛੇ ਬਹਿ ਮੂੰਹ ਛਪਾਇਨ ਨਾ ਰਲਨੀ ਖੋਟਿਆਰੇ। ਤੇ ਉੱਥੇ ਜਿਹੜੇ ਹੈਗੇ ਭਾਈ ਉਹ ਪਤਾ ਲੱਗ ਜਾਂਦਾ ਉਹਨਾਂ ਦਾ, ਉਹ ਨਹੀਂ ਕਰਦੇ ਉਹ ਐਕਸ਼ਨ, ਉਹ ਨਹੀਂ ਅੱਗੇ ਪਿੱਛੇ ਹੁੰਦੇ ਆ ਭਾਈ। ਬਹਿ ਮੂੰਹ ਛਪਾਇਨ ਔਰ ਮੂੰਹ ਛਪਾਉਂਦੇ ਆ, ਨਹੀਂ ਕਰਦੇ ਭਾਈ, ਉਹ ਤਾਂ ਨਹੀਂ ਛੱਡਦੇ ਆਪਣੇ ਜਿਹੜੇ ਹੈਗੇ ਖੋਟ ਨੂੰ। ਕਹਿੰਦੇ ਫਿਰ ਤਾਂ ਉਹ ਨਹੀਂ ਰਲ ਸਕਦੇ ਭਾਈ, ਨਾ ਰਲਣੀ ਖੋਟਿਆਰੇ। ਕਹਿੰਦੇ ਉਹ ਖੋਟੇ ਝੂਠੇ ਜਿਹੜੇ ਹੈਗੇ ਨਹੀਂ ਰਲ ਸਕਦੇ ਗੁਰਸਿੱਖਾਂ ਦੇ ਵਿੱਚ, ਉੱਥੇ ਜਿਹੜੇ ਹੈਗੇ ਉਹ ਪਿਨ ਪੁਆਇੰਟ ਹੋ ਜਾਂਦੇ। ਉਹ ਅੱਗੇ ਪਿੱਛੇ ਉੱਥੇ ਜਾ ਕੇ ਜਿਹੜਾ ਹੈਗਾ ਡਿਫਰੈਂਸ ਆ ਜਾਂਦਾ ਹੈ ਭਾਈ। ਉਹ ਫਿਰ ਧਰਮਰਾਜ ਦੀ ਮਾਰ ਦੇ ਵਿੱਚ ਹੋ ਜਾਂਦੇ ਆ, ਧਰਮਰਾਜ ਦੇ ਉਹਦੇ ਵਿੱਚ ਹੋ ਜਾਂਦੇ ਆ। ਉਹ ਤੇਰੀ ਸਰਕਾਰ, ਧਰਮਰਾਜ ਦੀ ਸਰਕਾਰ ਆ ਭਾਈ। ਉਹ ਅੱਗੇ ਪਿੱਛੇ ਬਹਿ ਮੂੰਹ ਛਪਾਇਨ ਨਾ ਰਲਣੀ ਖੋਟਿਆਰੇ, ਉਹਨਾਂ ਦਾ ਪੱਖ ਸੋ ਉੱਥੇ ਨਾਹੀਂ ਜਾਏ ਕੂੜ ਲਹਿਨ ਭੇਡਾਰੇ। ਕਹਿੰਦੇ ਉਹਨਾਂ ਦਾ ਭੋਜਨ ਹੈ ਨਹੀਂ ਉੱਥੇ, ਉਹਨਾਂ ਦਾ ਭੋਜਨ ਨਹੀਂ, ਉਹਨਾਂ ਨੂੰ ਤਾਂ ਸਵਾਦ ਚਾਹੀਦੇ, ਪਦਾਰਥ ਚਾਹੀਦੇ ਆ, ਭੋਗ ਵਿਲਾਸ ਚਾਹੀਦਾ ਹੈ, ਉਹ ਉੱਥੇ ਨਹੀਂ ਹੈਗਾ। ਔਰ ਰੱਬ ਦਾ ਰਸਤਾ, ਪਰਮਾਤਮਾ ਦਾ ਰਸਤਾ ਤਾਂ ਗੁਰੂ ਤਾਂ ਕਹਿੰਦਾ ਭਾਈ ਸੰਕੋਚ ਕੇ, ਬਿਲਕੁਲ ਸੰਕੋਚ ਕੇ, ਜਿੰਨੀ ਕੁ ਜ਼ਰੂਰਤ ਹੈ ਓਨਾ ਕੁ ਲਓ। ਉਹ ਅੱਗੇ ਪਿੱਛੇ ਬਹਿ ਮੂੰਹ ਛੁਪਾਇਨ ਨਾ ਰਲਨੀ ਖੋਟਿਆਰੇ, ਉਹਨਾਂ ਦਾ ਪੱਖ ਉੱਥੇ ਨਹੀਂ ਜਾਏ ਕੂੜ ਲਹਿਨ ਭੇਡਾਰੇ। ਉਹ ਤਾਂ ਵਾਪਸ ਝੂੜ ਦੇ ਵਿੱਚ, ਸਵਾਦਾਂ ਦੇ ਵਿੱਚ, ਰਸਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਕੂੜ ਦੇ ਵਿੱਚ ਭੇਡਾਂ ਵਾਂਗੂ ਜਾ ਕੇ, ਜਿਵੇਂ ਭੇਡ ਦੇ ਪਿੱਛੇ ਤੁਰਦੀ ਹੈ ਉਵੇਂ ਜਾ ਕੇ ਜਿਹੜੇ ਹੈਗੇ ਉਸ ਪਾਸੇ ਜਾਂਦੇ ਆ ਭਾਈ, ਰਲ ਜਾਂਦੇ ਉਸ ਜਗ੍ਹਾ ਤੇ ਜਾ ਕੇ, ਆਪਣੇ ਸਵਾਦ ਭੋਗਦੇ ਆ। ਉਹ ਜੇ ਸਾਕਤ ਨਰ ਖਵਾਈਏ ਲੋਚੀਏ ਬਿਕ ਕੱਢੇ ਮੁਖ ਉਗਲਾਰੇ। ਕਹਿੰਦੇ ਜੇ ਕੋਈ ਗੁਰਸਿੱਖ ਜਾਂ ਕੋਈ ਜਿਹੜਾ ਸਾਕਤ ਨਰ ਨੂੰ ਚਾਹੇ ਵੀ ਇਹਨੂੰ ਵੀ ਜਿਹੜਾ ਹੈਗਾ ਇਹ ਵੀ ਲੈ ਲੈਣ, ਇਹ ਵੀ ਜਿਹੜਾ ਹੈਗਾ ਨਾਮ ਦਾ ਅੰਮ੍ਰਿਤ ਦਾ ਸਵਾਦ ਲੈ ਲੈਣ, ਇਹ ਵੀ ਵਿਚਾਰ ਬੰਦ ਕਰ ਲੈਣ, ਇਹ ਵੀ ਜਿਹੜਾ ਇਹਨਾਂ ਦੇ ਅੰਦਰ ਵੀ ਸੁਣਨ ਦਾ ਪਤਾ ਲੱਗੇ, ਇਹਨਾਂ ਨੂੰ ਵੀ ਵਿਚਾਰ ਬੰਦ ਕਰਕੇ ਕਿਸ ਤਰੀਕੇ ਦੇ ਨਾਲ ਮਨ ਜਿਹੜਾ ਹੈਗਾ ਉੱਪਰ ਉੱਠ ਜਾਂਦਾ ਹੈ ਇਸ ਸੰਸਾਰ ਤੋਂ, ਪਦਾਰਥਾਂ ਤੋਂ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਜੇ ਸਾਕਤ ਨਰ ਖਾਵਾਈਏ ਲੋਚੀਏ, ਜੇ ਬਿਕ ਕੱਢੇ ਮੁਖ ਉਗਲਾਰੇ, ਉਹਨਾਂ ਨੇ ਮੂੰਹ ਤੋਂ ਜ਼ਹਿਰ ਕੱਢਣੀ ਆ ਭਾਈ, ਕਿਉਂਕਿ ਜ਼ਹਿਰ ਦੇ ਆਸ਼ਿਕ ਹੈਗੇ, ਉਹ ਉਗਲਦੇ ਆ ਜ਼ਹਿਰ, ਨਹੀਂ ਮੰਨਦੇ ਉਹਨਾਂ ਦੀ ਗੱਲ। ਇਸ ਕਰਕੇ ਹਰ ਸਾਕਤ ਸੇਤੀ ਸੰਗ ਨਾ ਕਰਿਓ। ਇਹਦਾ ਮਤਲਬ ਇਹ ਪਰਮਾਤਮਾ ਨੂੰ ਕਹਿ ਰਹੇ ਆ ਵੀ ਪਰਮਾਤਮਾ ਸਾਕਤ ਦੇ ਨਾਲ ਸੰਗ ਨਾ ਕਰੀ,
ਹਰ ਸਾਕਤ ਸੇਤੀ ਸੰਗ ਨਾ ਕਰਿਓ। ਹੇ ਮੇਰੇ ਮਾਲਕਾ, ਮੈਨੂੰ ਜਿਹੜਾ ਹੈਗਾ, ਮੈਨੂੰ ਇਹਨਾਂ ਦੀ ਸੰਗਤ ਤੋਂ ਬਚਾ ਕੇ ਰੱਖੀ। ਹਰ ਸਾਕਤ ਸੇਤੀ ਸੰਗ ਨਾ ਕਰਿਓ, ਓਏ ਮਾਰੇ ਸਿਰਜਣਹਾਰੇ। ਕਹਿੰਦੇ ਉਹ ਤਾਂ ਮਾਲਕ ਪਰਮਾਤਮਾ ਵਾਲੇ ਪਾਸੇ ਤੋਂ ਪਹਿਲਾਂ ਹੀ ਜਿਹੜੇ ਹੈ ਵਿਚਾਰੇ ਮਰੇ ਹੋਏ ਆ ਭਾਈ। ਉਹ ਤਾਂ ਉਹ ਤਾਂ ਆਤਮਿਕ ਜੀਵਨ ਤੋਂ ਪਹਿਲਾਂ ਹੀ ਮੁਰਦਾ ਹੈਗੇ ਆ। ਤੇ ਹੁਣ ਵੀ ਜਿਹੜੇ ਹੈਗੇ ਕੁਛ ਨਹੀਂ ਕਰ ਰਹੇ ਭਾਈ। ਜਿਸ ਕਾ ਇਹੋ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਭਾਈ ਮਹਾਰਾਜ ਤਾਂ ਕਹਿੰਦੇ ਆ ਭਾਈ ਮੈਂ ਤਾਂ ਭਾਈ ਪਰਮਾਤਮਾ ਦਾ ਨਾਮ ਸਮਾਰੇ। ਆਪਾਂ ਤਾਂ ਨਾਮ ਵਾਲੇ ਪਾਸੇ ਲੱਗੀਏ। ਜਿਹਨੇ ਸਾਕਤ ਬਣਾਇਆ, ਜਿਹਨੇ ਜਿਹੜੀ ਮਾਇਆ ਬਣਾਈ ਹੈ, ਜਿਹਨੇ ਸਵਾਦ ਬਣਾਇਆ, ਜਿਹਨੇ ਰਸ ਬਣਾਇਆ, ਮਾਲਕ ਜਾਣਦਾ ਹੈ ਭਾਈ ਉਹਨੇ ਬਣਾਇਆ। ਉਹਦੇ ਲੱਗੇ ਹੋਏ ਬਣਾਏ ਹੋਏ, ਉਹ ਆਪ ਦੇਖਣ ਵਾਲਾ ਹੈਗਾ ਉਹਨਾਂ ਦਾ। ਉਹ ਕੋਈ ਛੁੱਟੀ ਤੇ ਨਹੀਂ ਗਿਆ ਭਾਈ। ਆਪਾਂ ਆਪਣਾ ਕਾਰਵਾਈ ਕਰੀਏ। ਹਾਂਜੀ ਸੁਖਵਿੰਦਰ ਜੀ। ਵੀਰ ਜੀ ਗਿੱਲ ਸਾਹਿਬ ਪਲੀਜ਼ ਤੁਸੀਂ ਆਜੋ। ਮੈਂ ਨਾ ਡਰਾਈਵ ਕਰ ਰਿਹਾ ਜੀ, ਮੇਰੇ ਕੋਲ ਅੱਜ ਆਵਾਜ਼ ਨਹੀਂ ਬਣਨੀ। ਨਹੀਂ ਕੋਈ ਗੁਰਸ਼ਨ ਸਿੰਘ ਗਿੱਲ ਵੀਰ ਜੀ ਆਜੋ ਪਲੀਜ਼। ਠੀਕ ਆ ਹਾਂਜੀ ਵੀਰ ਜੀ। ਦੇਖ ਲਓ ਜੀ, ਸਾਕਤ ਤੇ ਗੁਰਮੁਖ ਦੋਨਾਂ ਦੇ ਮਿਕਸਚਰ ਔਰ ਕਿਵੇਂ ਫਿਰ ਪਿਨ ਪੁਆਇੰਟ ਹੁੰਦੇ ਆ, ਦੋਨਾਂ ਦੇ ਬਾਰੇ ਜਾਣਕਾਰੀ ਹੈਗੀ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਲੋਕ ਵਿੱਚ ਸਾਕਤ ਦੀ ਲਾਈਫ ਬਾਰੇ ਥੋੜਾ ਦੱਸਿਆ ਗਿਆ ਹੈ। ਸਾਕਤ ਬੰਦੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ। ਇਹਦੇ ਵਿੱਚ ਸਾਕਤ ਜਦੋਂ ਰੱਬ ਤੋਂ ਟੁੱਟੇ ਹੋਏ ਬੰਦੇ ਜਦੋਂ ਅੱਗੇ ਗੁਰੂ ਦੇ ਅੱਗੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਕਿਤੇ ਸਤਿਗੁਰੂ ਦੇ ਅੱਗੇ ਜਾ ਕੇ ਨਿਭਦੇ ਆ, ਉਹ ਸਿਰਫ ਜਿਹੜਾ ਆਪਣਾ ਸਰੀਰ ਹੈਗਾ ਹੱਡ ਮਾਸ ਦਾ ਬਣਿਆ ਉਹੀ ਨਿਭਾਉਂਦੇ ਆ। ਉਹਨਾਂ ਦਾ ਮਨ ਨਹੀਂ ਨਿਭਦਾਗਾ। ਮਨ ਦੇ ਵਿੱਚ ਖੋਟ ਹੈਗੀ ਆ। ਨਾਵਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਉਹ ਵੀ ਮਨ ਤਾਂ ਖੋਟੇ ਹੈਗੇ ਆ ਤੇ ਗਏ ਆ ਤੀਰਥੀ। ਉਹਦਾ ਫਿਰ ਕੀ ਬਣਨਾ? ਉਹ ਨਿਰਾਈ ਪਖੰਡ ਆ। ਤਾਂ ਸਾਕਤ ਮਤਲਬ ਜਾਂਦੇ ਆ, ਆਪਦਾ ਸਿਰ ਥੱਲੇ ਕਰਦੇ ਆ, ਲੇਕਿਨ ਮਨ ਉਹਨਾਂ ਦਾ ਖੋਟਾ। ਮਨ ਨਹੀਂ ਟੇਕਦੇ ਥੱਲੇ। ਮਨ ਮਲੀਨ ਮੁੱਧੀ ਆ ਜਿਹੜੀ ਉਹਨਾਂ ਦੀ, ਉਹ ਨਹੀਂ ਟੇਕਦੇ। ਉਹ ਆਪਣੀ ਉਵੇਂ ਜਿਵੇਂ ਰੱਖਦੇ ਆ। ਜਾਂ ਗੁਰ ਕਹੇ ਉੱਠੋ ਮੇਰੇ ਭਾਈ, ਵੈ ਜਾਏ ਕੁਸਲ ਬਿਗਲਾਰੇ। ਹੁਣ ਗੁਰੂ ਨੇ ਕਹਿਣਾ ਉੱਠੋ ਬਈ, ਤੁਸੀਂ ਤੁਹਾਨੂੰ ਕੋਈ ਉਪਦੇਸ਼ ਦੇਈਏ, ਉੱਠੋ ਤੁਸੀਂ। ਤੇ ਫੇਰ ਵੀ ਉਹ ਬਗਲਿਆਂ ਦੀ ਤਰ੍ਹਾਂ ਮਤਲਬ ਪਿੱਛੇ ਜੇ ਛੁਪ ਕੇ ਬਹਿ ਜਾਂਦੇ ਆ। ਉਪਦੇਸ਼ ਤਾਂ ਉਹਨਾਂ ਨੇ ਲੈਣਾ ਨਹੀਂ ਕੋਈ। ਤੇ ਉਹ ਬਗਲਿਆਂ ਦਾ ਮਤਲਬ, ਜਿਹੜੇ ਬਗਲੇ ਦਾ ਮਤਲਬ ਵੀ ਨਾਸਤਕ ਹੀ ਹੋ ਗਿਆ ਵੀ ਆਪਦੇ ਅਲੱਗ ਜੇ ਕਿਤੇ ਜਾ ਕੇ ਉਹ ਕੁਸਰ ਮੁਸਰ ਦੀ ਤਰ੍ਹਾਂ ਉੱਤੇ ਜਾ ਕੇ ਬਹਿ ਜਾਂਦੇ ਆ। ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਚੁਣ ਕੱਢੇ ਲੱਦੋ ਵਾਰੇ। ਹੁਣ ਜਿਹੜੇ ਗੁਰਸਿੱਖ ਆ ਉਹ ਸਾਕਤਾਂ ਦੀ ਤਰ੍ਹਾਂ ਸਿਰ ਜਿਹੜਾ ਉੱਪਰੋਂ ਨਿਭਾਉਂਦੇ ਤਾਂ ਹੈ, ਲੇਕਿਨ ਉਹ ਦਿਖਾਵਾ ਨਹੀਂ ਕਰਦੇ। ਉਹ ਆਪਣੀ ਜਿਹੜਾ ਮਨ ਹੈ, ਮਨ ਨੂੰ ਵੀ ਨਿਭਾਉਂਦੇ ਆ। ਮਨ ਵੀ ਨਿਭਾਉਣ ਦਾ ਮਤਲਬ ਸਤਿਗੁਰੂ ਨੂੰ ਭੇਟ ਕਰਨਾ। ਉਹ ਮਨ ਵੀ, ਆਪਦੀ ਬੁੱਧੀ ਵੀ, ਆਪਦੀ ਮੱਤ ਵੀ ਉਹ ਸਤਿਗੁਰੂ ਨੂੰ ਭੇਟ ਕਰ ਦਿੰਦੇ ਆ। ਔਰ ਸਤਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਹਾਸੇ ਸਤਿਗੁਰੂ ਸਾਹਿਬ ਜੀ, ਮੇਰੀ ਬੁੱਧੀ ਮਲੀਨ ਹੈ, ਮੇਰੀ ਮੱਤ ਹੋਛੀ ਹੈ, ਮੇਰਾ ਮਨ ਹੈ ਜਿਹੜਾ ਇਹ ਬੜਾ ਚੰਚਲਾ, ਮੇਰੇ ਕੰਟਰੋਲ ਨਹੀਂ। ਇਹ ਤੁਸੀਂ ਲੈ ਲਓ ਔਰ ਮੈਨੂੰ ਤੁਸੀਂ ਚਲਾਓ। ਔਰ ਮੈਂ ਜਿਹੜਾ ਮੇਰੇ ਸਿਰ ਦੇ ਅੰਦਰ ਹੈ, ਮੇਰੇ ਸਿਰ ਨੂੰ, ਇਸ ਨੂੰ ਤੁਸੀਂ, ਮੇਰੇ ਜੀਵਨ ਨੂੰ ਤੁਸੀਂ ਚਲਾਓ। ਆਪਣੀ ਮੱਤ ਦਿਓ ਤੁਸੀਂ, ਗੁਰੂ ਦੀ ਮੱਤ ਦੇ ਨਾਲ ਮੈਨੂੰ ਚਲਾਓ, ਮੈਂ ਤੁਹਾਡੀ ਸੇਵਾ ਕਰਾਂਗਾ। ਸਤਿਗੁਰੂ ਨੂੰ ਜਦੋਂ ਫਿਰ ਮਨ ਦੇ ਰਾਮ ਲਿਆ ਹੈ ਮੋਲ, ਉਹ ਫਿਰ ਗੁਰਸਿੱਖ ਮਨ ਦੇ ਦਿੰਦੇ ਆ। ਮਨ ਦੇ ਕੇ ਫਿਰ ਉਹਨਾਂ ਨੂੰ ਮਿਲਦਾ ਕੀ ਆ? ਪ੍ਰਭੂ ਦਾ ਨਾਮ। ਮਤਲਬ ਕਿੰਨਾ ਇਹ ਸਸਤਾ ਸੌਦਾ ਗਾ। ਉਹਨਾਂ ਨੂੰ ਗੁਰਸਿੱਖ ਕਹਿੰਦੇ ਆ। ਫਿਰ ਗੁਰਸਿੱਖਾਂ ਅੰਦਰ ਫਿਰ ਸਤਿਗੁਰੂ ਨੇ ਵਰਤਣਾ ਹੀ ਹੈ। ਉਹਨਾਂ ਦੇ ਅੰਦਰ ਸਤਿਗੁਰੂ ਦਾ ਦਿੱਤਾ ਹੋਇਆ
ਨਾਮ ਵਰਤਦਾ, ਗਿਆਨ ਵਰਤਦਾ, ਦਇਆ ਵਰਤਦੀ ਹੈ ਤੇ ਸਤ ਸੰਤੋਖ ਵਰਤਦਾ। ਤੇ ਉਹ ਜਿਹੜੇ ਗੁਰਸਿੱਖ ਆ ਉਹ ਗੁਰੂ ਦਾ ਹੁਕਮ, ਜਿਵੇਂ ਗੁਰੂ ਕਹਿੰਦਾ ਗਾ, ਉਸ ਦਾ ਹੁਕਮ ਮੰਨਦੇ ਆ। ਤੇ ਜਿਹੜੇ ਸਾਖਤ ਹੁੰਦੇ ਆ ਉਹਨਾਂ ਨੂੰ ਫਿਰ ਗੁਰੂ ਜਿਹੜਾ ਹੈਗਾ ਉਹਨਾਂ ਨੂੰ ਅਲੱਗ ਕਰ ਦਿੰਦਾ। ਚੁਣ ਕੱਢੇ ਲੱਦੋ ਵਾਰਿਆ, ਚੁਣ ਕੱਢੇ ਜਜਮਾਲਿਆ। ਮਤਲਬ ਉਹ ਉਹਨਾਂ ਦੇ ਵਿੱਚ ਰਲਦੇ ਹੀ ਨਹੀਂ ਹੈ, ਬੈਠੇ ਵਿੱਚ ਆ। ਉਹ ਨਾ ਗੁਰੂ ਦਾ ਉਪਦੇਸ਼ ਲੈਂਦੇ ਆ, ਨਾ ਗੁਰੂ ਦਾ ਉਪਦੇਸ਼ ਸਮਝਦੇ ਆ, ਨਾ ਉਹਨਾਂ ਦੀ ਰੁਚੀ ਹੈ ਇਹਦੇ ਵਿੱਚ। ਉਹ ਤਾਂ ਫਿਜ਼ੀਕਲੀ ਬਸ ਪਿੱਛੇ ਲੱਗ ਕੇ ਉਹ ਮਤਲਬ ਗੁਰੂ ਸਾਹਿਬ ਕੋਲੇ ਸੰਗਤ ਦੇ ਵਿੱਚ ਚਲੇ ਗਏ। ਉਹ ਅੱਗੇ ਪਿੱਛੇ ਬਹਿ ਮੂੰਹ ਛਪਾਇਨ, ਨਾ ਰਲਣੀ ਕੋਟੇ ਆ ਰਿਹਾ। ਉਹ ਤਾਂ ਬਸ ਇੱਕ ਆਪਣਾ ਝੱਟ ਕੱਢਣ ਵਾਸਤੇ ਬੈਠੇ ਆ ਵਿੱਚ, ਆਪਣਾ ਟਾਈਮ ਪਾਸ ਕਰਨ ਵਾਸਤੇ ਬੈਠੇ। ਪਰ ਰੁਚੀ ਤਾਂ ਉਹਨਾਂ ਦੀ ਹੈਗੀ ਆ, ਮਤਲਬ ਮਲੀਨ ਕੰਮਾਂ ਦੇ ਵਿੱਚ ਹੀ ਰੁਚੀ ਆ ਉਹਦੀ, ਮਲੀਨ ਪਦਾਰਥਾਂ ਦੇ ਵਿੱਚ ਹੀ ਰੁਚੀ ਹੈਗੀ ਆ। ਬਸ ਝੱਟ ਇੰਟਰਸਟ ਉਹਨਾਂ ਦੀ ਕੋਈ ਨਹੀਂ, ਬਸ ਐਵੇਂ ਮੂੰਹ ਜਿਹਾ ਲੁਕੋ ਕੇ ਉਹ ਮਤਲਬ ਸਭ ਤੋਂ ਪਿੱਛੇ ਜਾ ਕੇ ਉਹ ਬਹਿ ਜਾਂਦੇ ਆ। ਤੇ ਸੰਗਤ ਗੁਰਸਿੱਖਾਂ ਨਾਲ ਤਾਂ ਉਹ ਰਲ ਹੀ ਨਹੀਂ ਸਕਦੇ ਹੈਗੇ। ਉਹਨਾਂ ਦਾ ਪਕਸ਼ ਉੱਥੇ ਨਾ ਹੀ ਜਾਏ ਕੂੜ ਲੈਣ ਭਿਡਾਰੇ। ਉਹਨਾਂ ਦਾ ਜਿਹੜਾ ਉੱਥੇ ਖੁਰਾਕ ਰਸ ਹੈਗਾ, ਉਹਨਾਂ ਦੀ ਭੁੱਖ ਹੈਗੀ ਆ, ਉਹਨਾਂ ਦਾ ਖਾਣਾ ਹੈਗਾ, ਉਹ ਤਾਂ ਹੈ ਹੀ ਨਹੀਂ ਉੱਥੇ। ਉਹਦਾ ਜਿਵੇਂ ਕਾਂ ਜਿਹੜਾ ਹੈਗਾ, ਕਾਂ ਦਾ ਖਾਣਾ ਗੰਦ ਹੈਗਾ। ਤੇ ਕਾਂ ਜੇ ਜਾਂ ਕਾਂ ਜਾਂ ਬਗਲਾ ਅਗਰ ਹੰਸਾਂ ਦੇ ਵਿੱਚ ਬੈਠ ਜਾਏ ਜਾ ਕੇ, ਤੇ ਉੱਥੇ ਉਹਦਾ ਇੰਟਰਸਟ ਥੋੜੀ ਹੋਊਗਾ ਕੋਈ। ਉਹਨੇ ਫੇਰ ਮੁੜ ਕੇ ਝੱਟ ਕੱਢਣਾ ਔਰ ਫੇਰ ਆਪਣੇ ਗੰਦ ਦੇ ਉੱਤੇ ਫੈਲ ਜਾਣਾ। ਸੋ ਇਹ ਗੁਰੂ ਦੀ ਸੰਗਤ ਆ ਜਿਹੜੀ, ਗੁਰੂ ਦਾ ਸਾਥ, ਗੁਰੂ ਦੇ ਕੋਲੇ ਬਹਿ ਕੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਉਹਨਾਂ ਨੂੰ ਗੁਰੂ ਦਾ ਉਪਦੇਸ਼, ਗੁਰੂ ਦਾ ਨਾਮ, ਗੁਰੂ ਦੀ ਬਾਣੀ ਉਹ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਗੀ। ਉਹਨਾਂ ਨੂੰ ਤਾਂ ਉਹ ਜੋ ਉਹਨਾਂ ਦੀ ਆਦਤ ਹੈਗੀ ਆ, ਉਹਨਾਂ ਦੇ ਮਨ ਦੀ ਜੋ ਖੁਰਾਕ ਹੈਗੀ ਆ, ਉਹ ਉੱਥੇ ਨਹੀਂ ਹੈਗੀ। ਉਹ ਤਾਂ ਨੀਵੇਂ ਦਰਜੇ ਦੀ, ਬਹੁਤ ਗੰਦੇ ਦਰਜੇ ਦੀ ਉਹਨਾਂ ਦਾ ਜੋ ਮਨ ਹੈਗਾ ਉਹ ਤਾਂ ਉੱਥੇ ਹੀ ਹੈ। ਕੂਟ ਜੇ ਹਰ ਖਵਾਈ ਹੈ, ਲੋਚੀ ਹੈ, ਬਿਕ ਕੱਢੇ ਮੁੱਖ ਮੁਗਲਾਰੇ। ਔਰ ਜੇ ਸਾਖਤਾਂ ਨੂੰ ਮਤਲਬ ਤਰਸ ਕਰਕੇ ਕਹਿ ਲਓ, ਗੁਰਮੁਖ ਉਹਨਾਂ ਨੂੰ ਥੋੜਾ ਜਿਹਾ ਉਪਦੇਸ਼ ਦੇਣ ਦੀ ਕੋਸ਼ਿਸ਼ ਕਰਨ ਵੀ ਇਹ ਵੀ ਥੋੜਾ ਜਿਹਾ ਇਹਨਾਂ ਦਾ ਫਾਇਦਾ ਹੋ ਜੇ, ਇਹ ਜ਼ਿੰਦਗੀ ਤੋਂ ਥੋੜੇ ਜਿਹੇ ਬਚਣ। ਫਿਰ ਉਹਨਾਂ ਨੇ ਉਹਨਾਂ ਨੂੰ ਉਹ ਚੰਗੇ ਨਹੀਂ ਲੱਗਣਗੇ। ਉਹਨਾਂ ਨੇ ਫਿਰ ਵੀ ਆਪਦੇ ਮੂੰਹ ਦੇ ਵਿੱਚੋਂ ਉਹ ਜੋ ਗੰਦੇ ਲਫ਼ਜ਼ ਹੈਗੇ ਆ, ਜੋ ਉਹਨਾਂ ਨੇ ਉਹੀ ਮਤਲਬ ਨਿੰਦਿਆ ਹੀ ਕਰਦੇ ਆ। ਮਤਲਬ ਅਗਰ ਉਹਨੂੰ ਤੁਸੀਂ ਗੰਦ ਨੂੰ ਛੇੜੋਗੇ ਤਾਂ ਤੁਹਾਡੇ ਤੇ ਛਿੱਟੇ ਪੈਣੇ ਆ। ਤੇ ਅਗਰ ਸਾਖਤ ਨੂੰ ਛੇੜਾਂਗੇ, ਉਹਨਾਂ ਨੇ ਉਸ ਦਾ ਜੋ ਬੋਲਣਾ ਹੈਗਾ ਜਾਂ ਉਹਨਾਂ ਦੀ ਹਰਕਤ ਹੋਊਗੀ, ਉਹ ਵੀ ਉਹਨਾਂ ਦੇ ਸੁਭਾਅ ਦੇ ਮੁਤਾਬਕ, ਉਹਨਾਂ ਦੇ ਮਨ ਦੇ ਹਿਸਾਬ ਨਾਲ ਉਹ ਵੀ ਬਹੁਤ ਗੰਦੀ ਹਰਕਤ ਹੀ ਹੋਊ, ਗੰਦ ਹੀ ਬੋਲਣਗੇ। ਤੋ ਇਸ ਤੋਂ ਸਬਕ ਕੀ ਮਿਲਦਾ? ਹਰ ਸਾਖਤ ਸੇਤੀ ਸੰਗ ਨਾ ਕਰਿਓ, ਕੋਈ ਮਾਰੇ ਸਿਰਜਣਹਾਰੇ। ਤੇ ਉਹਨਾਂ ਦੀ ਸੰਗਤ ਨਾਲ ਕੀ ਹੋਊਗਾ? ਅਗਰ ਗੰਦ ਨੂੰ ਛੇੜੀਏ, ਛੱਟੇ ਤੁਹਾਡੇ ਤੇ ਪੈਣੇ ਆ। ਤੋ ਇਹ ਉਪਦੇਸ਼ ਗੁਰੂ ਜੀ ਦੇ ਰਹੇ ਆ ਵੀ ਉਹਦਾ ਸੰਗ ਹੀ ਨਾ ਕਰੋ, ਉਹਨੂੰ ਛੇੜੋ ਹੀ ਨਾ। ਸਾਖਤ ਸੰਗ ਨਾ ਕਰੀਏ, ਸਾਖਤ ਸੰਗ ਨਾ ਕੀਜੇ, ਦੂਰੋਂ ਜਾਈਏ ਭਾਗ। ਉਹਦਾ ਮਤਲਬ ਹੀ ਇਹੀ ਆ ਵੀ ਉਹਦੇ ਤੁਸੀਂ ਨੇੜੇ ਜਾਓ ਨਾ। ਜੇ ਨੇੜੇ ਜਾਓਗੇ ਤਾਂ ਤੁਹਾਨੂੰ ਵੀ ਨੁਕਸਾਨ ਉਹਦਾ ਹੋਣਾ ਹੈਗਾ। ਕਿਉਂਕਿ ਅਸੀਂ ਕਾਲੇ ਭਾਂਡਿਆਂ ਦੇ ਵਿੱਚ ਜਾਈਏ ਤੇ ਥੋੜੇ ਕੁਛ ਤੁਹਾਡੇ ਕੱਪੜਿਆਂ ਨੂੰ ਕਾਲਖ ਲੱਗ ਹੀ ਜਾਣੀ। ਵੀਰ ਜੀ ਇਹਦੇ ਵਿੱਚ ਨਾ, ਹਾਂਜੀ ਵੀਰ ਜੀ, ਇਹਦੇ ਵਿੱਚ ਨਾ, ਹਾਂ ਇਹਦੇ ਵਿੱਚ ਜਿਹੜਾ ਹੈਗਾ ਨਾ ਬਈ ਉਹਨਾਂ ਦੀ ਸੰਗਤ, ਕਿਉਂਕਿ ਆਪਾਂ ਸਾਰੇ ਗੁਰਮੁਖ ਤਾਂ ਬਹੁਤ ਘੱਟ ਹੁੰਦੇ ਆ ਦੁਨੀਆ ਦੇ ਵਿੱਚ, ਰੱਬ ਵਾਲੇ ਪਾਸੇ ਤੁਰਨ ਵਾਲੇ ਬਹੁਤ ਘੱਟ ਹੁੰਦੇ ਆ। ਮੈਜੋਰਟੀ ਜਿਹੜੀ ਆਪਣੀ ਸੰਗਤ ਆ ਸਾਖਤਾਂ ਦੇ ਨਾਲ ਹੋਏਗੀ, ਮੈਜੋਰਟੀ ਸੰਗਤ ਜਿਹੜੀ ਹੈਗੀ ਹੈ ਮਨਮੁਖਾਂ ਦੇ ਨਾਲ ਹੋਏਗੀ। ਤੇ ਸੰਗ ਨਾ ਕਰਿਓ ਦਾ ਮਤਲਬ ਇਹ ਹੈਗਾ ਭਾਈ ਉਹਨਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਬਹਿਸ ਮੁਬੈਸਾ ਨਹੀਂ ਕਰਨਾ।
ਬਸ ਆਪਣੀ ਹਾਂਜੀ। ਆਪਣੀ ਆਪਣਾ ਰਸਤਾ ਜਿਹੜਾ ਜਿਹੜੀ ਗੁਰਮਤ ਹੈ, ਗੁਰੂ ਵਾਲਾ ਰਸਤਾ ਜਿਹੜਾ ਹੈਗਾ, ਲਿਵ ਵਾਲਾ ਰਸਤਾ ਹੈਗਾ, ਇਹਦੀ ਤੁਸੀਂ ਜਿਹੜੀ ਹੈਗੀ ਆ ਇਹਦੀ ਉੱਥੇ ਮਸ਼ਹੂਰੀ ਨਹੀਂ ਕਰਨੀ, ਇਹਦਾ ਜ਼ੋਰ ਨਹੀਂ ਪਾਉਣਾ ਉਹਨਾਂ ਦੇ ਉੱਤੇ। ਬਸ ਵੀਰ ਜੀ ਇਹ ਜਿਹੜਾ ਉਪਦੇਸ਼ ਸਤਿਗੁਰੂ ਦਾ ਉਪਦੇਸ਼ ਆ ਦੇ ਰਹੇ ਆ ਜੀ, ਇਹ ਵੀ ਮਤਲਬ ਇਹ ਸਾਰਿਆਂ ਵਾਸਤੇ ਨਹੀਂ ਹੈ ਜੀ। ਜਿਹੜੇ ਇਹਦੇ ਰਸਤੇ ਤੇ ਚੱਲਣਾ ਚਾਹੁੰਦੇ ਆ, ਚੱਲ ਰਹੇ ਆ, ਜਿਨ੍ਹਾਂ ਨੂੰ ਇਸ ਤੇ ਗਿਆਨ ਦੀ ਭੁੱਖ ਹੈਗੀ ਜੀ, ਮਤਲਬ ਪ੍ਰਮਾਤਮਾ ਦੇ ਰਸਤੇ ਤੇ ਜਿਨ੍ਹਾਂ ਦਾ ਸਟੈਚਾ ਚੱਲਣ ਵਾਸਤੇ ਆ ਜੀ, ਇਹ ਉਹਨਾਂ ਨੂੰ ਮਤਲਬ ਗਿਆਨ ਦੇ ਰਹੇ ਆ ਜੀ ਵੀ ਤੁਸੀਂ ਅਗਰ ਪ੍ਰਮਾਤਮਾ ਦੇ ਰਾਹ ਤੇ, ਗੁਰਮੁਖਤਾ ਦੇ ਰਾਹ ਤੇ ਚੱਲ ਰਹੇ ਹੋ ਤੁਸੀਂ, ਤੇ ਸਾਖਤਾਂ ਦਾ ਸੰਗ ਨਾ ਕਰੋ ਕਦੇ ਵੀ। ਉਹਨਾਂ ਨੂੰ ਆਪੇ ਹੀ ਜੋ ਸਿਰਜਣਹਾਰ ਆ ਪ੍ਰਮਾਤਮਾ ਆਪੇ ਹੀ ਉਸ ਨੂੰ ਉਹਨਾਂ ਨੂੰ ਨਿਪਟ ਲੈਣਗੇ। ਤੁਸੀਂ ਉਹਨਾਂ ਦੀ ਮਤਲਬ ਚਿੰਤਾ ਨਾ ਕਰੋ ਜੀ। ਮੈਂ ਇਹ ਸਮਝਦਾ ਇਹਦੇ ਵਿੱਚ ਕਿ ਉਹਨਾਂ ਦੀ ਤੁਸੀਂ ਚਿੰਤਾ ਨਾ ਕਰੋ, ਉਹ ਪ੍ਰਮਾਤਮਾ ਆਪੇ ਹੀ ਕਰੂਗਾ। ਤੁਸੀਂ ਆਪਦਾ ਜੋ ਸਤਿਗੁਰੂ ਦਾ ਉਪਦੇਸ਼ ਹੈ ਤੁਹਾਡੇ ਵਾਸਤੇ, ਉਹਦੇ ਉੱਤੇ ਚੱਲੋ। ਇਹ ਜਿਹੜਾ ਨਾ ਇਹਦੇ ਵਿੱਚ ਵੀਰ ਜੀ ਜਿਹੜੇ ਹੈਗੇ ਨਾ ਆਪਣੇ, ਦੇਖੋ ਇਹ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਬ੍ਰਹਮ ਗਿਆਨ ਜਿਹੜਾ ਹੈਗਾ ਸਾਰਿਆਂ ਦੇ ਵਾਸਤੇ, ਸਾਰਿਆਂ ਨੂੰ ਜਿਹੜਾ ਹੈਗਾ ਸਾਰਿਆਂ ਦੇ ਜੀਵਨ ਦੇ ਵਿੱਚ ਆਏਗਾ ਇਹ ਬ੍ਰਹਮ ਗਿਆਨ, ਕਿਉਂਕਿ ਮੈਜੋਰਿਟੀ ਜਿਹੜੀ ਹੈਗੀ ਆਪਾਂ ਦੁਨੀਆ ਦੇ ਵਿੱਚ ਆਏ ਆ, ਤੇ ਇਹਦਾ ਮਤਲਬ ਇਹ ਹੈਗਾ ਕਿ ਆਪਣੇ ਅੰਦਰ ਜਿਹੜਾ ਆਪਣੇ ਅੰਦਰ ਹੀ ਸਾਖਤ ਹੈਗਾ, ਔਰ ਆਪਣੇ ਅੰਦਰ ਹੀ ਜਿਹੜਾ ਹੈਗਾ ਉਹ ਗੁਰਮੁਖ ਵੀ ਹੈਗਾ, ਗੁਣ ਵੀ ਤੇ ਅਵਗੁਣ ਦੋਨੋਂ ਹੈਗੇ ਆਪਣੇ ਅੰਦਰ। ਤੇ ਇਹਦੇ ਵਿੱਚੋਂ ਹੀ ਜਿਹੜੇ ਹੈਗੇ ਆ ਜਿਹੜੇ ਹੈਗੇ ਜਿਹੜੀ ਡਾਲ ਜਿਹੜੀ ਝੁਕਣ ਵਾਲੀ ਹੁੰਦੀ ਆ ਉਹ ਝੁਕ ਜਾਂਦੀ ਆ, ਜਿਹੜੀ ਡਾਲੀ ਜਿਹੜੀ ਆ ਨਹੀਂ ਝੁਕਦੀ ਭਾਈ ਬਾਂਸ ਵਾਂਗੂ, ਉਹ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਹੀ ਸਾਖਤ ਐਵੇਂ ਹੀ ਜੀਵਨ ਕੱਢ ਦਿੰਦੀ ਆ ਆਪਣਾ। ਤੇ ਵੀਰ ਜੀ ਉੱਪਰ ਵੀ ਐਵੇਂ ਹੀ ਦੱਸਿਆ ਹੈ ਨਾ, ਹਾਂ ਵੀ ਜਿਵੇਂ ਗੁਰੂ ਆ, ਗੁਰੂ ਦੀ ਸੰਗਤ ਤਾਂ ਕਾਮਨ ਆ ਜੀ, ਬਿਲਕੁਲ ਉੱਥੇ ਸਾਖਤ ਵੀ ਜਾ ਕੇ ਮੱਥਾ ਟੇਕ ਸਕਦਾ, ਗੁਰਮੁਖ ਵੀ ਟੇਕ ਸਕਦਾ, ਜਿਸ ਤਰ੍ਹਾਂ ਉੱਤੇ ਮਤਲਬ ਦੱਸਿਆ ਜੀ ਇਹਨਾਂ ਨੇ। ਬਿਲਕੁਲ। ਪਰ ਜਿਹੜੇ ਸਾਖਤ ਹੋਣਗੇ ਉਹ ਗੁਰਸਿੱਖਾਂ ਦੇ ਨਾਲ ਉਹਨਾਂ ਦਾ ਕੁਝ ਵੀ ਨਹੀਂ ਮਿਲਦਾਗਾ, ਉਹ ਬਿਲਕੁਲ ਅਲੱਗ ਹੀ ਹੋਣਗੇ, ਉਹਨਾਂ ਦਾ ਵਰਤਾਓ ਵੀ ਅਲੱਗ ਹੀ ਹੋਏਗਾ। ਤੇ ਉਹ ਗੁਰਸਿੱਖਾਂ ਤੋਂ ਉਹਨਾਂ ਦੀ ਸਾਖਤਾਂ ਦੀ ਕੁਝ ਮਤਲਬ ਸਿੱਖਣ ਵਾਸਤੇ ਨਹੀਂ ਉਹ ਉੱਥੇ ਜਾ ਰਹੇ ਜੀ, ਕੁਝ ਉਪਦੇਸ਼ ਲੈਣ ਵਾਸਤੇ ਨਹੀਂ ਜਾ ਰਹੇ ਜੀ, ਉਹ ਤਾਂ ਸਿਰਫ ਮਤਲਬ ਵੈਸੇ ਹੀ ਨਾਲ ਚਲੇ ਗਏ, ਦੇਖਾ ਦੇਖੀ ਕਹਿ ਲਓ ਤੁਸੀਂ, ਤੇ ਦੁਨੀਆਦਾਰੀ ਦੇ ਤੌਰ ਤੇ ਚਲੇ ਗਏ। ਨਹੀਂ ਅਦਰਵਾਈਜ਼ ਉਹ ਗੁਰਸਿੱਖਾਂ ਨਾਲ ਉਹਨਾਂ ਦਾ ਕੁਝ ਨਹੀਂ ਮਿਲਦਾ ਜੀ। ਔਰ ਜਸਮੀਤ ਤੁਲੀ ਤੁਸੀਂ ਕੀ ਕਰ ਰਹੇ ਹੋ ਜੀ? ਦੇਖੋ ਤੁਸੀਂ ਆਪਣਾ ਮਾਈਕ ਖੁੱਲਾ ਹੈ ਔਰ ਤੁਸੀਂ ਸ਼ੋਰ ਕਰੀ ਜਾ ਰਹੇ ਹੋ। ਹਾਂਜੀ ਵੀਰ ਜੀ। ਹਾਂਜੀ, ਉਹਦਾ ਮਤਲਬ ਮੈਂ ਤਾਂ ਇਹੀ ਸਮਝਦਾ ਜੀ ਕਿ ਸਾਖਤ, ਤੁਹਾਡਾ ਮਾਈਕ ਬੰਦ ਹੋ ਗਿਆ ਜੀ। ਹਾਂਜੀ ਵੀਰ ਜੀ, ਮਤਲਬ ਸਾਖਤ ਵੀ ਜਾ ਤਾਂ ਸਕਦੇ ਆ ਜੀ ਗੁਰੂ ਕੋਲੇ, ਬਿਲਕੁਲ, ਹਾਂ, ਪਰ ਉਹ ਸਾਖਤਾਂ ਨੂੰ ਮਤਲਬ ਜਦੋਂ ਉਹਨਾਂ ਦੀ ਰੁਚੀ ਨਹੀਂ ਹੈ ਜੀ, ਮਨ ਵੀ ਹੈ, ਉਹ ਗੁਰੂ ਵੀ ਜਿੰਨਾ ਮਰਜ਼ੀ ਮਤਲਬ ਜ਼ੋਰ ਲਗਾ ਲੈਣ ਜੀ, ਉਹਨਾਂ ਨੇ ਮਤਲਬ ਉਹ ਕੁਛ ਵੀ ਉਹਨਾਂ ਨੇ ਸਿੱਖਣਾ ਨਹੀਂ ਹੈ ਜੀ। ਸਾਖਤ ਮਤਲਬ ਇਹ ਵੀ ਨਹੀਂ ਹੈ ਜੀ, ਸਾਖਤ ਹੈ ਕਿ ਜਿਹੜਾ ਬਿਲਕੁਲ ਮੰਨਦੇ ਹੀ ਨਹੀਂ ਹੈ ਜੀ। ਇੱਕ ਤਾਂ ਹੁੰਦੇ ਕਿ ਜਿਵੇਂ ਆਪਾਂ ਕਾਮਨ ਬੰਦਾ ਹੈ ਜੀ, ਚਲੋ ਉਹ ਕੁਛ ਮਤਲਬ ਇੰਨਾ ਭੈੜਾ ਨਹੀਂ ਹੈਗਾ ਸਮਾਜ ਦੇ ਵਿੱਚ, ਨਾਰਮਲ ਬੰਦਾ ਗਾ, ਉਹ ਕੁਛ ਨਾ ਕੁਛ ਉਹਦੇ ਪੱਲੇ ਵੀ ਪੈ ਸਕਦਾ, ਉਹ ਵੈਸੇ ਉਹਦੀ ਬਹੁਤੀ ਰੁਚੀ ਨਹੀਂ ਹੈ। ਸਾਖਤ ਦਾ ਤਾਂ ਮਤਲਬ ਬਿਲਕੁਲ ਜਿਹੜੇ ਮਤਲਬ ਬਿਲਕੁਲ ਹੀ ਗੁਰੂ ਘਰ ਦੇ ਦੁੱਖ ਹੀ ਕਹਿ ਸਕਦੇ ਆ ਜੀ, ਜਿਹੜੇ ਗੁਰੂ ਘਰ ਦੇ ਉਲਟ ਮਤਲਬ ਬੋਲਦੇ ਆ ਜੀ, ਤੇ ਉਹ ਅਗਰ ਚਲੇ ਜਾਣ, ਉਹਨਾਂ ਦਾ ਸੰਗ ਆ ਜਿਹੜਾ ਉਹ ਜਿਹੜੇ ਇਸ ਰਸਤੇ ਤੇ ਚੱਲੇ ਹੋਏ ਆ ਜੀ, ਉਹਨਾਂ ਨੂੰ ਮਤਲਬ ਤੁਸੀਂ ਉਹਨਾਂ ਨੂੰ ਨਹੀਂ ਵਿਗਾੜ ਸਕਦੇ ਜੀ। ਉਹਨਾਂ ਦੀ ਜਿਹੜੀ ਉਹ ਭੈੜ ਹੈਗਾ ਉਹ ਤੁਹਾਡੇ ਤੇ ਪੈ ਸਕਦੀ ਹੈ ਜੀ। ਮਤਲਬ ਉਪਦੇਸ਼ ਸੰਗ ਨਾ ਕਰਨ ਦਾ ਮਤਲਬ ਇਹੀ ਹੈਗਾ ਜੀ। ਸਾਖਤ ਜ਼ਿਆਦਾ ਜਾਂਦੇ ਆ ਜੀ ਗੁਰਮੁਖਾਂ, ਉਹ ਬਹੁਤਾ ਨਿਭਦੇ ਆ। ਸਾਖਤ ਦੂਣਾ ਨਿਵੇ ਜੋ ਅੰਤਾ ਮਿਰਗਾਏ, ਅਪਰਾਧੀ ਦੂਣਾ ਨਿਵੇ, ਸਾਖਤ ਨਹੀਂ ਅਪਰਾਧੀ ਦੀ ਗੱਲ ਕਰ ਰਹੇ ਉੱਥੇ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ, ਅਪਰਾਧੀ ਦੂਣਾ ਮਨੇ ਜਿਉ ਹੰਤਾ ਮਿਰਗਾਏ। ਹਾਂ, ਤੇ ਇਹ ਤਾਂ ਦੇਖੋ ਜੀ ਅਪਰਾਧੀ ਇਹ ਜਿਹੜਾ ਹੈ ਨਾ, ਦੂਸਰਾ ਇਹ ਵੀ ਹੈ ਵੀਰ ਜੀ, ਆ ਜਿਹੜੀ ਖੀਰਲੀ ਤੋਖਾ, ਜਿਸਕਾ ਇਹ ਖੇਲ ਸੋਈ ਕਰ ਵੇਖੇ, ਕਿਉਂਕਿ ਇਹ ਸਾਖਤ ਤਾਂ ਜਿਹੜੇ
ਭੈੜੇ ਬੰਦੇ ਆ ਜਾਂ ਮਨਮੁਖ ਕਹਿ ਲੋ, ਇਹ ਵੀ ਸਾਰੇ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਹੈ ਜੀ, ਉਹਦੇ ਹੁਕਮ ਤੋਂ ਬਾਹਰ ਨਹੀਂ ਹੈਗੇ। ਇਹ ਪ੍ਰਭੂ ਦਾ ਖੇਲ ਹੀ ਹੈਗਾ, ਕਿਉਂਕਿ ਜਿਸ ਤਰ੍ਹਾਂ ਦੇ ਉਹਨਾਂ ਦੇ ਕਰਮ ਸੀਗੇ ਉਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੈਗਾ ਜੀ। ਤੇ ਇਹ ਪ੍ਰਭੂ ਦੇ ਖੇਲ ਦਾ ਹੀ ਇੱਕ ਹਿੱਸਾ ਹੈ ਜੀ, ਇੱਕ ਮਤਲਬ ਪਾਰਟਨਰ ਆ ਜੀ ਇਹ ਵੀ ਪ੍ਰਭੂ ਦੇ ਖੇਲ ਦਾ। ਤੇ ਉਹ ਦੇਖ ਰਿਹਾ ਜੀ, ਮਤਲਬ ਪ੍ਰਭੂ ਦੇਖ ਰਿਹਾ। ਸਖਤ ਵੀ ਹੈ ਤਾਂ ਉਹਦੇ ਪੁੱਤਰ ਹੈਗੇ ਜੀ। ਤੇ ਹੁਣ ਜੇ ਇਹ ਨਾ ਵੀ ਹੋਣ, ਜੇ ਆਪਣਾ ਦੇਖਿਆ ਜਾਵੇ ਜੀ, ਇੱਕ ਪਾਰਟ ਕੱਢ ਦਈਏ ਜੀ, ਤੇ ਫਿਰ ਪ੍ਰਭੂ ਦਾ ਖੇਲ ਹੀ ਨਹੀਂ ਚੱਲਣਾ। ਇਹ ਵੀ ਜ਼ਰੂਰੀ ਹੈਗੇ ਆ ਜੀ। ਪਰ ਇਹ ਆ ਵੀ ਜੇ ਇੱਧਰੋਂ ਤਾਂ ਨਿਕਲਣਾ ਹੈਗਾ ਤੇ ਇਹ ਸੰਗਤਾਂ ਦਾ ਫਿਰ ਸੰਗ ਥੋੜਾ ਮਤਲਬ ਛੱਡਣਾ ਪਏਗਾ ਜੀ। ਉਹਦਾ ਸੰਗ ਮਤਲਬ ਸੰਗ ਦਾ ਮਤਲਬ ਇਹ ਹੋ ਗਿਆ ਜੀ ਕਿ ਇਹ ਨਹੀਂ ਕਿ ਫਿਜ਼ੀਕਲੀ ਉਹਨੂੰ ਨਫ਼ਰਤ ਕਰਨੀ ਹੈਗੀ ਆ। ਸੰਗ ਦਾ ਮਤਲਬ ਹੈ ਕਿ ਉਹਦੇ ਬਚਨਾਂ ਦੀ ਸੰਗਤ ਨਹੀਂ ਕਰਨੀ ਜੀ। ਔਰ ਆਪਣੇ ਵੀਰ ਜੀ ਆਪਣੇ ਅੰਦਰ ਹੀ ਜਿਹੜਾ ਹੈਗਾ ਨਾ, ਇਹ ਦੋਨੋਂ ਕੈਟੇਗਰੀਆਂ ਆਪਣੇ ਅੰਦਰ ਮੌਜੂਦ ਹੈਗੀਆਂ। ਇਹੀ ਅਵਗੁਣ ਹੈਗੇ ਆ ਔਰ ਇਹ ਇੱਧਰ ਦੂਸਰੇ ਪਾਸੇ ਜਿਹੜੇ ਹੈਗੇ ਗੁਣ ਹੈਗੇ ਆ ਭਾਈ। ਜੇ ਆਪਾਂ ਜਿਹੜੇ ਹੈਗੇ ਇਸ ਪਾਸੇ ਲੱਗ ਜਾਵਾਂਗੇ ਤੇ ਸ਼ਿਫਟ ਹੋ ਜਾਵਾਂਗੇ ਤੇ ਆਪਾਂ ਜਿਹੜੇ ਆ ਸਾਕਤ ਤੋਂ ਜਿਹੜੇ ਹੈਗੇ ਗੁਰਮੁਖ ਪਾਸੇ ਚਲੇ ਜਾਵਾਂਗੇ। ਮਾਲਕ ਹਾਂਜੀ ਵੀਰ ਜੀ, ਜਿਵੇਂ ਆਪਣੇ ਅੰਦਰ ਮਤਲਬ ਇਹ ਦੋਨੇ ਹੀ ਸ਼ਕਤੀਆਂ ਹੈਗੀਆਂ, ਹਾਂ, ਗੁਰਮਤਾ ਵੀ ਮਨਮੁਖਤਾ ਵੀ। ਬਿਲਕੁਲ, ਹਾਂ। ਪਰ ਜੇ ਅਸੀਂ ਸਾਖਤਾਂ ਮਨਮੁਖਾਂ ਦੀ ਸੰਗਤ ਮਤਲਬ ਕਰਾਂਗੇ ਜੀ, ਉਹਦੇ ਨਾਲ ਸਾਡੀ ਜਿਹੜੀ ਮਨਮੁਖਤਾ ਦਾ ਜਾਂ ਅੰਦਰ ਸਾਖਤਾ ਜਾਂ ਬੁਰਾਈ ਆ ਜੀ ਉਹ ਵੱਧਦੀ ਜਾਊਗੀ, ਮਜ਼ਬੂਤ ਹੋ ਜਾਏਗੀ। ਗੁਰਮੁਖਾਂ ਦੀ ਸੰਗਤ ਕਰਾਂਗੇ ਤਾਂ ਸਾਡੇ ਅੰਦਰ ਗੁਰਮੁਖਤਾ ਦੀ ਵੱਧਦੀ ਜਾਊਗੀ। ਬਿਲਕੁਲ, ਸੰਗਤ ਦਾ ਮਤਲਬ ਅਸਰ ਤਾਂ ਹੋਣਾ ਹੀ ਹੈ ਜੀ। ਬਿਲਕੁਲ ਠੀਕ ਹੈ ਜੀ, ਅੱਗੇ ਚੱਲੀਏ ਆਪਾਂ। ਜਿਸ ਕਾ ਇਹ ਖੇਲ ਸੋਈ ਕਰ ਵੇਖੇ ਜਾਂ ਨਾਨਕ ਨਾਮ ਸਮੇਰੇ। ਉਹਦਾ ਮਤਲਬ ਇਹੀ ਉਪਦੇਸ਼ ਹੈ ਵੀ ਤੂੰ ਇਹਦੀ ਜੀ ਤੂੰ ਇਹਦੀ ਚਿੰਤਾ ਨਾ ਕਰ, ਇਹ ਉਹਦਾ ਖੇਲ ਚੱਲ ਰਿਹਾ, ਇਹ ਚੱਲਣ ਦੇ, ਤੂੰ ਚਿੰਤਾ ਨਾ ਕਰ ਤੇ ਤੂੰ ਆਪ ਦਾ ਕੰਮ ਕਰੀ ਚੱਲ। ਬਸ ਤੂੰ ਇਹ ਪ੍ਰਭੂ ਦਾ ਅਗਰ ਤੁਸੀਂ ਨਾਮ ਲੈਣਾ ਹੈ ਤੇ ਬਸ ਤੂੰ ਗੁਰਮੁਖਤਾ ਦੇ ਰਸਤੇ ਦੇ ਉੱਤੇ ਜੋ ਪ੍ਰਭੂ ਦਾ ਹੁਕਮ ਹੈ, ਜੋ ਉਪਦੇਸ਼ ਆ, ਉਹਦੇ ਉੱਤੇ ਬਸ ਤੂੰ ਬੇਫਿਕਰ ਹੋ ਕੇ ਆਪਦਾ ਚੱਲਦਾ ਰਹਿ, ਹੋਰ ਨਾ ਕਿਸੇ ਦੀ ਫਿਕਰ ਕਰ। ਉਹ ਆਪੇ ਪ੍ਰਭੂ ਆਪੇ ਸੰਭਾਲ ਲੂ, ਜਿਹਦਾ ਖੇਲ ਆ ਉਹੀ ਦੇਖੂਗਾ। ਹਾਂਜੀ ਵੀਰ ਜੀ। ਮਹੱਲਾ ਚੌਥਾ। ਇੱਕ ਨਾ ਤੁਹਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ ਵੀਰ ਜੀ, ਬਹੁਤ ਜ਼ਿਆਦਾ। ਤੁਸੀਂ ਨੇੜੇ ਜੇ ਹੋ ਕੇ ਮਾਈਕ ਤੇ ਬੋਲੋ, ਰਿਕਾਰਡਿੰਗ ਚ ਪ੍ਰੋਬਲਮ ਆਈ। ਹਾਂਜੀ ਹੁਣ ਠੀਕ ਹੈ, ਹੁਣ ਠੀਕ ਹੈ। ਹਾਂ, ਨੇੜੇ ਹੋ ਜਾਣਾ। ਹਾਂ, ਨੇੜੇ ਹੋ ਜਾਣਾ। ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ। ਤੁਹਾਡਾ ਮਾਈਕ ਬੰਦ ਕਰ ਦੇਣਾ ਵੀਰ ਜੀ। ਮਹੱਲਾ ਚੌਥਾ। ਹਾਂ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਜਿਹੜੇ ਸਤਿਗੁਰੂ ਹੈਗੇ, ਦੇਖੋ ਸਤਿਗੁਰੂ ਕੌਣ ਹੈਗੇ ਆ, ਬ੍ਰਹਮ ਗਿਆਨੀ ਕੌਣ ਹੈਗੇ ਆ, ਗੁਰੂ ਕੌਣ ਹੈਗੇ ਆ। ਸਤਿਗੁਰ ਪੁਰਖ ਅਗੰਮ ਹੈ, ਕਹਿੰਦੇ ਉਹ ਵੀ ਮਾਲਕ ਪਰਮਾਤਮਾ ਵਾਂਗੂ ਅਗੰਮ ਹੈਗੇ ਭਾਈ, ਉਹਨਾਂ ਦੀ ਮਹਿਮਾ ਵੀ ਨਹੀਂ ਦੱਸੀ ਜਾ ਸਕਦੀ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਉਹਨਾਂ ਦੇ ਹਿਰਦੇ 'ਚ ਪਰਮਾਤਮਾ ਹੈਗਾ ਭਾਈ, ਉਹਨਾਂ ਦੇ ਹਿਰਦੇ 'ਚ ਮਾਲਕ ਪਰਮਾਤਮਾ ਹੈ, ਇੱਕਮਿਕ ਹੈਗੇ ਮਾਲਕ ਪਰਮਾਤਮਾ ਦੇ ਨਾਲ। ਉਹ ਚੌਥੇ ਪਦ 'ਚ ਵਿਚਰਦੇ ਆ। ਉਹਨਾਂ ਦੇ ਪਾਸਟ ਫਿਊਚਰ ਨਹੀਂ, ਉਹਨਾਂ ਦਾ ਪ੍ਰੈਜ਼ੈਂਟ ਹੈ, ਉਹਨਾਂ ਦੇ ਵਿਚਾਰ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗੇ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰ ਪੁਰਖ ਲਿਖਿਆ ਹੋਇਆ, ਇੱਕ ਵੀ ਹੋ ਸਕਦੇ ਆ, ਕਈ ਵੀ ਹੋ ਸਕਦੇ ਆ ਬ੍ਰਹਮ ਗਿਆਨੀ। ਸਤਿਗੁਰੂ ਨੂੰ ਅੱਪੜ ਕੋਈ ਨਾ ਸਕਈ, ਜਿਸ ਵੱਲ ਸਿਰਜਣਹਾਰਿਆ। ਕਹਿੰਦੇ ਸਤਿਗੁਰੂ ਨੂੰ ਜਿਹੜਾ ਹੈਗਾ, ਸਤਿਗੁਰੂ ਦਾ ਨੁਕਸਾਨ ਕੋਈ ਨਹੀਂ ਕਰ ਸਕਦਾ ਭਾਈ। ਸਤਿਗੁਰੂ ਦਾ ਨੁਕਸਾਨ ਕੋਈ ਨਹੀਂ ਕਰ ਸਕਦਾ, ਸਤਿਗੁਰੂ ਦੇ ਬਰੋਬਰੀ ਕੋਈ ਕਰ ਨਹੀਂ ਸਕਦਾ, ਕਿਉਂਕਿ ਸਤਿਗੁਰੂ ਦੇ ਵੱਲ ਉਹ ਸਿਰਜਣਹਾਰ ਹੈਗਾ। ਉਹ ਮਾਲਕ ਪਰਮਾਤਮਾ ਜਿਸ ਨੇ ਦੁਨੀਆ ਬਣਾਈ ਆ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਆ, ਉਹ ਹੈਗਾ। ਸਤਿਗੁਰੂ ਦੇ ਕੋਲ ਕਿਵੇਂ ਪਹੁੰਚ ਗਏ ਸਤਿਗੁਰੂ ਇਸ ਦਰਜੇ ਦੇ ਵਿੱਚ? ਕਿਹੜੀ ਚੀਜ਼ ਹੈ ਉਹਨਾਂ ਦੇ ਕੋਲ, ਕੀ ਹੈ ਉਹਨਾਂ ਦੇ ਕੋਲ, ਕਿਵੇਂ ਉਹ ਇਸ ਦਰਜੇ ਤੇ ਪਹੁੰਚੇ? ਉਹਨਾਂ ਨੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈਗਾ, ਇਹ ਝੂਠ ਜਿਹੜਾ ਹੈ, ਈਰਖਾ, ਦ્વੈਤ, ਨਿੰਦਾ, ਡੁਐਲਿਟੀ, ਇਹ ਕਿਵੇਂ ਇਹਨਾਂ ਨੂੰ ਕਾਬੂ ਪਾਇਆ? ਇਹਨਾਂ ਦੇ ਨਾਲ ਲੜਾਈ ਕਿਵੇਂ ਕੀਤੀ ਉਹਨਾਂ ਨੇ? ਸਤਿਗੁਰੂ ਕਾ ਖੜਗ, ਉਹਨਾਂ ਦੀ ਤਲਵਾਰ ਕਿਹੜੀ ਹੈਗੀ ਭਾਈ? ਸੰਜੋਗ। ਉਹਨਾਂ ਦਾ ਜਿਹੜਾ ਹੈਗਾ ਢਾਲ ਕਿਹੜੀ ਹੈਗੀ ਆ? ਕਵਚ ਕਿਹੜਾ ਹੈਗਾ ਉਹਨਾਂ ਦਾ?
ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ। ਤੇ ਆਪਾਂ ਨੂੰ ਵੀ ਪਾਈ ਆ, ਜੇ ਸਤਿਗੁਰੂ ਬਣੇ ਆ ਉਹਨਾਂ ਦਾ ਖੜਗ ਸੰਜੋ ਭਗਤੀ ਹੈਗੀ ਤੇ ਆਪਾਂ ਵੀ ਉਹੀ ਭਗਤੀ ਕਰਨੀ ਪੈਣੀ ਹੈ। ਹੋਰ ਕੋਈ ਤਰੀਕਾ ਹੀ ਨਹੀਂ ਹੈਗਾ ਇਹਨਾਂ ਦੇ ਨਾਲ ਜਿਹੜਾ ਹੈਗਾ ਟਾਕਰਾ ਕਰਨ ਦੇ ਨਾਲ। ਸਤਿਗੁਰੂ ਕਾ ਖੜਗ ਸੰਜੋ, ਖੜਗ ਦਾ ਮਤਲਬ ਤਲਵਾਰ ਕਰ ਲਈ ਚਾਹੀਦੀ ਆ ਭਾਈ। ਹਥਿਆਰ ਕਿਉਂ ਚੱਕਦਾ ਇਨਸਾਨ? ਹਥਿਆਰ ਲੜਾਈ ਦੇ ਵਾਸਤੇ ਚੱਕਦਾ ਹੈ ਤੇ ਇਸੇ ਲੜਾਈ ਦੇ ਵਾਸਤੇ ਆਹੀ ਘੋਲ ਹੈਗਾ, ਆਹੀ ਲੜਾਈ ਹੈਗੀ, ਇਸੇ ਵਾਸਤੇ ਆਪਾਂ ਦੁਨੀਆ 'ਚ ਆਏ ਹਾਂ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਕਾਲ ਕੰਟਕ ਬਹੁਤ ਹੀ ਤਕਲੀਫ ਦੇਣ ਵਾਲਾ, ਕਾਲ ਕੰਟਕ ਬਹੁਤ ਹੀ ਦੁੱਖ ਦੇਣ ਵਾਲਾ ਭਾਈ। ਉਹਨੂੰ ਮਾਰ ਵਿਦਾਰਿਆ, ਉਹਨੂੰ ਜਿਹੜਾ ਹੈਗਾ ਪਾਸੇ ਕਰਤਾ ਭਾਈ। ਇੰਨੇ ਕੰਡਿਆਲਾ ਜਿਹੜਾ ਹੈਗਾ, ਕੰਟਕ ਕਹਿੰਦੇ ਕੰਡਿਆਲਾ। ਕਾਲ ਕੰਟਕ ਮਾਰ ਵਿਦਾਰਿਆ। ਕਾਲ ਜਿਹੜਾ ਹੈਗਾ ਜਿਹੜਾ ਆਤਮਿਕ ਮੌਤ ਦੇ ਦਿੰਦਾ ਹੈ, ਆਤਮਾ ਆਪਣੀ ਜਰਨੀ ਹੀ ਨਹੀਂ ਹੋਣ ਦਿੰਦਾ। ਮਨੁੱਖਾ ਜੂਨ ਚਲੇ ਜਾਂਦੀ ਹੈ, ਜੂਨਾਂ ਦੇ ਵਿੱਚ ਥੱਲੇ ਆਪਾਂ ਫਿਰ ਘੁੰਮਦੇ ਹਾਂ 84 ਲੱਖ ਦੇ ਵਿੱਚ। ਉਹ ਹੈ ਕਾਲ। ਸਤਿਗੁਰੂ ਕਾ ਰੱਖਣਹਾਰਾ ਹਰ ਆਪ ਹੈ, ਸਤਿਗੁਰੂ ਕੇ ਪਿੱਛੇ ਹਰ ਸਭੇ ਉਭਾਰਿਆ। ਕਹਿੰਦੇ ਸਤਿਗੁਰੂ ਦਾ ਰੱਖਣਹਾਰਾ ਉਹ ਮਾਲਕ ਪਰਮਾਤਮਾ ਆਪ ਹੈਗਾ ਭਾਈ। ਸਤਿਗੁਰੂ ਕਾ ਰੱਖਣਹਾਰਾ ਹਰ ਆਪ ਹੈ। ਔਰ ਬਾਣੀ ਗਰੰਟੀ ਲੈ ਰਹੀ ਹੈ, ਜਿਹੜਾ ਵੀ ਇਨਸਾਨ ਸਤਿਗੁਰੂ ਦੇ ਪਿੱਛੇ ਹੋਏਗਾ, ਜੋ ਵੀ ਸਤਿਗੁਰੂ ਕਹਿ ਰਹੇ, ਪਿੱਛੇ ਹੋਣਾ ਕੀ ਆ, ਜੋ ਬ੍ਰਹਮ ਗਿਆਨੀ, ਬ੍ਰਹਮ ਗਿਆਨ, ਜੋ ਆ ਗੁਰੂ ਦੀ ਮੱਤ, ਆ ਜੋ ਆਪਾਂ ਲੈ ਰਹੇ ਹਾਂ 1430 ਅੰਗ, ਜੋ ਇਹ ਕਹਿ ਰਹੀ ਹੈ, ਜੋ ਇਹਦੇ ਪਿੱਛੇ ਹੋਏਗਾ, ਇਹਦਾ ਆਸਰਾ ਲਏਗਾ। ਸਤਿਗੁਰ ਕੇ ਪਿੱਛੇ ਹਰ ਸਭੇ ਉਭਾਰਿਆ। ਉਭਾਰਨਾ ਕਿਹਨੇ ਆ? ਪਰਮਾਤਮਾ ਨੇ। ਕਹਿੰਦੇ ਸਾਰੇ ਦੇ ਸਾਰੇ ਉੱਭਰ ਜਾਣਗੇ, ਕੋਈ ਖਾਲੀ ਨਹੀਂ ਰਹੇਗਾ, ਕੋਈ ਖਾਲੀ ਨਹੀਂ ਰਹੇਗਾ। ਸਤਿਗੁਰੂ ਕਾ ਰੱਖਣਹਾਰਾ ਹਰ ਆਪ ਹੈ, ਸਤਿਗੁਰੂ ਕੇ ਪਿੱਛੇ ਹਰ ਸਭੇ ਉਭਾਰਿਆ। ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ, ਸੋ ਆਪ ਪਾਵਨ ਹਾਰੈ ਮਾਰਿਆ। ਜਿਹੜਾ ਵੀ ਮੰਦਾ ਚਿਤਵਦਾ ਹੈਗਾ, ਬ੍ਰਹਮ ਗਿਆਨੀਆਂ ਦਾ ਮੰਦਾ ਚਿਤਵਦਾ ਹੈ, ਪੂਰੇ ਗੁਰੂ ਦਾ ਮੰਦਾ ਚਿਤਵਦਾ ਹੈ, ਕਹਿੰਦੇ ਉਹ ਪੈਦਾ ਕਰਨ ਵਾਲੇ ਮਾਲਕ ਪਰਮਾਤਮਾ ਨੇ, ਸ੍ਰਿਸ਼ਟੀ ਦੇ ਮਾਲਕ ਨੇ ਆਪ ਹੀ ਜਿਹੜਾ ਹੈਗਾ ਉਹਨੂੰ ਆਤਮਿਕ ਮੌਤ ਜਿਹੜਾ ਹੈਗਾ ਉਹਨੂੰ ਮਾਰਿਆ ਆ ਭਾਈ। ਉਹ ਜੂਨਾਂ ਦੇ ਵਿੱਚ ਜਾਏਗਾ ਹੀ ਜਾਏਗਾ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗਮ ਵਿਚਾਰਿਆ। ਚੌਥੀ ਪਾਤਸ਼ਾਹੀ ਦੱਸ ਰਹੀ ਹੈ ਭਾਈ, ਇਹ ਮਾਲਕ ਪਰਮਾਤਮਾ ਦੇ ਦਰਗਾਹ ਦਾ ਕਾਨੂੰਨ ਹੈ। ਇਹ ਗੱਲ ਪਰਮਾਤਮਾ ਦੇ ਦਰਗਾਹ ਦੀ ਮੈਂ ਦੱਸ ਰਿਹਾ ਹਾਂ। ਉਹ ਮਾਲਕ ਪਰਮਾਤਮਾ ਉਹਦੀ ਜਿਹੜੀ ਹੈਗੀ ਆ, ਉਹਦੀ ਜਿਹੜੀ ਹੈਗੀ ਉਹ ਕਚਹਿਰੀ ਦਾ ਕਾਨੂੰਨ ਹੈਗਾ ਭਾਈ, ਮਾਲਕ ਪਰਮਾਤਮਾ ਦੀ ਦਾ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗਮ ਵਿਚਾਰਿਆ। ਅਗਮ ਕਹਿੰਦੇ ਨਹੀਂ ਗਮਿਆ ਜਾਣ ਵਾਲਾ, ਆ ਵਿਚਾਰ ਦੇ ਦਿੱਤਾ ਤੁਹਾਨੂੰ ਭਾਈ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ। ਹਾਂਜੀ ਸੰਗਤ ਜੀ, ਇਹਦੇ ਵਿੱਚ ਸਤਿਗੁਰੂ ਦੇ ਬਾਰੇ ਵਿੱਚ ਦੱਸਿਆ ਹੈ। ਮਤਲਬ ਸਤਿਗੁਰੂ ਇੱਕ ਪ੍ਰਮਾਤਮਾ ਦੀ ਮੂਰਤ ਹੁੰਦੀ ਹੈ। ਇਹ ਪ੍ਰਮਾਤਮਾ ਹੀ ਹੁੰਦਾ, ਕਿਉਂਕਿ ਸਤਿਗੁਰੂ ਪ੍ਰਮਾਤਮਾ ਨੂੰ ਮਿਲਿਆ ਹੁੰਦਾ ਹੈ। ਔਰ ਤੁਸੀਂ ਕਹਿ ਸਕਦੇ ਹੋ ਕਿ ਇੱਕ ਪ੍ਰਮਾਤਮਾ ਹੀ ਹੈ ਸਰਗਣ ਰੂਪ ਦੇ ਵਿੱਚ। ਜਦੋਂ ਸਤਿਗੁਰੂ ਨੇ, ਪ੍ਰਮਾਤਮਾ ਨੇ ਜਦੋਂ, ਕਿਉਂਕਿ ਪ੍ਰਮਾਤਮਾ ਤਾਂ ਨਿਰੰਕਾਰ ਹੈ, ਕੋਈ ਆਕਾਰ ਨਹੀਂ ਹੈ ਉਹਦਾ, ਕੋਈ ਰੂਪ ਰੰਗ ਨਹੀਂ ਹੈ। ਜਦੋਂ ਪ੍ਰਮਾਤਮਾ ਨੇ ਲੁਕਾਈ ਨੂੰ, ਲੋਕਾਂ ਨੂੰ ਉਪਦੇਸ਼ ਦੇਣਾ ਹੈ, ਉਹ ਲੋਕ ਤਾਂ ਜਿਹੜੇ ਪਬਲਿਕ ਨੂੰ ਤਾਂ ਪਬਲਿਕ ਦੀ ਜਿਹੜੀ ਭਾਸ਼ਾ ਦੇ ਵਿੱਚ ਹੀ ਉਪਦੇਸ਼ ਦਿੱਤਾ ਜਾ ਸਕਦਾ, ਉਹਦੇ ਵਾਸਤੇ ਫਿਰ ਪ੍ਰਮਾਤਮਾ ਆਪ ਹੀ ਸਤਿਗੁਰ ਆਪ ਹੀ ਇੱਕ ਇਨਸਾਨ ਦਾ ਰੂਪ ਧਾਰਦਾ ਹੈ ਕਿ ਇੱਕ ਤੁਕ ਵੀ ਹੈ, ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਧਾਰਿਆ। ਤੇ ਪ੍ਰਮਾਤਮਾ ਨੂੰ ਫਿਰ ਸਾਧ ਦਾ ਰੂਪ ਧਾਰਨਾ ਪੈਂਦਾ ਹੈਗਾ। ਉਹ ਸਾਧ ਆ ਜਿਹੜਾ, ਜਾਂ ਸਾਧ ਜਾਂ ਸਤਿਗੁਰੂ ਕਹਿ ਸਕਦੇ ਆ, ਉਹ ਫਿਰ ਮਨੁੱਖਾਂ ਦੀ ਲੁਕਾਈ ਦੀ ਭਾਸ਼ਾ ਦੇ ਵਿੱਚ, ਜਿਹੜੀ ਭਾਸ਼ਾ ਉਹ ਸਮਝਦੇ ਆ, ਉਸ ਭਾਸ਼ਾ ਦੇ ਵਿੱਚ ਉਸ ਲੁਕਾਈ ਨੂੰ ਉਪਦੇਸ਼ ਦਿੰਦਾ ਗਾ।
ਕਿਉਂਕਿ ਜੋ ਅਧਿਆਤਮ ਹੈ ਉਸ ਦਾ ਕੋਈ ਭਾਸ਼ਾ ਨਹੀਂ ਹੈ, ਉਹ ਬੋਲੀ ਵੀ ਨਹੀਂ ਜਾ ਸਕਦੀ। ਲੇਕਿਨ ਇਹ ਜੋ ਜਿਹੜੀ ਗੁਰਬਾਣੀ ਹੈ ਇਹ ਅਧਿਆਤਮ ਦਾ ਕਹਿ ਸਕਦੇ ਹਾਂ, ਇੱਕ ਸਮਝਣ ਵਾਸਤੇ, ਲੋਕਾਂ ਨੂੰ ਸਮਝਾਉਣ ਵਾਸਤੇ ਇਹ ਬਾਣੀ ਜਿਹੜੀ ਅੱਖਰਾਂ ਵਿੱਚ ਰਚੀ ਹੈ ਪ੍ਰਮਾਤਮਾ ਨੇ। ਇਹ ਸਾਧਾਂ ਦੇ ਰਾਹੀਂ, ਸਤਿਗੁਰੂ ਦੇ ਰਾਹੀਂ ਔਰ ਭਗਤਾਂ ਦੇ ਰਾਹੀਂ ਜਿਹੜੇ ਪ੍ਰਮਾਤਮਾ ਨੂੰ ਮਿਲ ਚੁੱਕੇ ਆ, ਉਹਨਾਂ ਦੇ ਰਾਹੀਂ ਆਮ ਲੋਕਾਂ ਦੀ ਭਾਸ਼ਾ ਦੇ ਵਿੱਚੋਂ ਹੀ ਉਹ ਸਾਧ ਸੰਤ ਪੈਦਾ ਹੁੰਦੇ ਆ। ਬਾਣੀ ਪ੍ਰਮਾਤਮਾ ਦੀ ਆ, ਲੇਕਿਨ ਭਾਸ਼ਾ ਜਿਹੜੀ ਹੈ ਆਮ ਲੋਕਾਂ ਦੀ ਆ। ਇਹ ਆਮ ਲੋਕਾਂ ਦੇ ਸਮਝਣ ਵਾਸਤੇ ਉਹ ਜੋ ਸਾਧੂ ਸੰਤ ਸਤਿਗੁਰੂ ਹੈ ਉਹ ਫਿਰ ਭਾਸ਼ਾ ਲਿਖ ਕੇ ਫਿਰ ਆਮ ਲੋਕਾਂ ਨੂੰ ਇਹ ਉਪਦੇਸ਼ ਇਹ ਸਮਝਾਉਂਦੇ ਆ। ਇਹਦੇ ਵਿੱਚ ਨਾ ਵੀਰ ਜੀ ਇਹਦੇ ਵਿੱਚ ਨਾ ਇੱਕ ਚੀਜ਼ ਜਿਹੜੀ ਐਡ ਕਰਨਾ ਚਾਹੁੰਦਾ ਆ ਬਈ, ਜਿਹੜਾ ਪਰਮਾਤਮਾ ਜਿਹੜਾ ਹੈਗਾ ਸਤਿਗੁਰੂ ਦੇ ਰੂਪ ਦੇ ਵਿੱਚ ਬਈ ਆਪਣਾ ਰੂਪ ਧਾਰਦਾ ਹੈ, ਇਹ ਜਿਹੜਾ ਹੈਗਾ ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਹੈਗਾ। ਔਰ ਸਾਰੇ ਆਪਾਂ ਜਿਹੜੇ ਹੈਗੇ ਜਦ ਤੱਕ ਜਿਹੜਾ ਹੈਗਾ ਉਹ ਸਤਿਗੁਰੂ ਦਾ ਰੂਪ ਨਹੀਂ ਆਪਾਂ ਉਸ ਲੈਵਲ ਤੇ ਪਹੁੰਚਦੇ ਤੇ ਜਰਨੀ ਤੋਂ ਬਾਹਰ ਨਹੀਂ ਹੋ ਸਕਦੇ ਜਦ ਤੱਕ ਜਿਹੜਾ ਹੈਗਾ ਆਪਾਂ ਨੂੰ ਵੀ ਉਹੀ ਸਤਿਗੁਰੂ ਦਾ ਰੂਪ ਜਿਹੜਾ ਹੈਗਾ ਉਸੇ ਜਗ੍ਹਾ ਤੇ ਪਹੁੰਚਣਾ ਪਊਗਾ। ਉਹੀ ਪਰਮਾਤਮਾ ਅੰਦਰੋਂ ਆਪਣੇ ਪ੍ਰਗਟ ਹੋਏਗਾ। ਆਪਾਂ ਵੀ ਜਿਹੜੇ ਹੈਗੇ ਹਾਂਜੀ ਵੀਰ ਜੀ, ਬਿਲਕੁਲ ਹਾਂਜੀ, ਆਪਣੇ ਅੰਦਰ ਹੀ ਪ੍ਰਮਾਤਮਾ ਹੈ, ਅੰਦਰ ਹੀ ਨਾਮ ਹੈ, ਪਰ ਲੇਕਿਨ ਅਸੀਂ ਉਸ ਨੂੰ ਭੁੱਲੇ ਹੋਏ ਆ, ਅਸੀਂ ਬਿਸਰੇ ਹੋਏ ਆ। ਜਿਸ ਤਰ੍ਹਾਂ ਇੱਕ ਲਾਈਨ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਸੀਂ ਤਾਂ ਸੁੱਤੇ ਪਏ ਆ, ਸੁੱਤੇ ਹੋਏ ਤਾਂ ਭਿਖਾਰੀ ਬਣੇ ਹੋਏ ਆ। ਹੈ ਅਸੀਂ ਪ੍ਰਮਾਤਮਾ ਦਾ ਰੂਪ ਹੀ, ਪ੍ਰਮਾਤਮਾ ਦੇ ਬੱਚੇ ਹੀ ਆ। ਲੇਕਿਨ ਅਸੀਂ ਕੀ ਆ, ਸੁੱਤੇ ਹੋ ਕੇ ਸੌਂ ਕੇ ਮਾਇਆ ਦੇ ਵਿੱਚ ਸੌਂ ਕੇ ਤਾਂ ਅਸੀਂ ਭਿਖਾਰੀ ਬਣੇ ਹੋਏ ਆ। ਸਾਨੂੰ ਪਤਾ ਨਹੀਂ ਹੈਗਾ ਕਿ ਅਸੀਂ ਪ੍ਰਮਾਤਮਾ ਦਾ ਰੂਪ ਹੀ ਹੈ, ਅਸੀਂ ਭੁੱਲੇ ਹੋਏ ਆ। ਤੋ ਇਸੇ ਕਰਕੇ ਸਾਡੀ ਬਾਣੀ ਦਾ ਉਪਦੇਸ਼ ਹੀ ਇਹ ਆ ਕਿ ਅਸੀਂ ਆਪਣੇ ਆਪ ਨੂੰ ਪਛਾਣਨਾ ਕਿ ਸਾਡਾ ਅਸਲੀ ਰੂਪ ਕੀ ਹੈ। ਅਸੀਂ ਸ਼ੇਰਾਂ ਨੇ ਖਲ ਭੇਡਾਂ ਦੀ ਪਾ ਕੇ ਅਸੀਂ ਉਸ ਤਰ੍ਹਾਂ ਦੀ ਜ਼ਿੰਦਗੀ ਕਰ ਰਹੇ ਹਾਂ। ਬਾਣੀ ਦੇ ਉਪਦੇਸ਼ ਬਾਣੀ ਦਾ ਉਪਦੇਸ਼ ਹੀ ਸਾਨੂੰ ਪਛਾਣਨ ਵਾਸਤੇ ਆ ਕਿ ਇਹ ਜੀ ਤੂੰ ਜੋ ਅਸਲੀਅਤ ਤੇਰੀ ਹੈ, ਤੂੰ ਪ੍ਰਮਾਤਮਾ ਦਾ ਰੂਪ ਹੀ ਹੈ, ਪ੍ਰਮਾਤਮਾ ਦੀ ਅੰਸ਼ ਹੀ ਹੈਗੀ ਆ। ਤੂੰ ਆਪਦੇ ਆਪ ਨੂੰ ਪਛਾਣ। ਤੋ ਜਿਹੜਾ ਸਤਿਗੁਰੂ ਹੁੰਦਾ ਹੈਗਾ ਉਹ ਸਰੀਰਕ ਤੌਰ ਤੇ ਆਮ ਲੋਕਾਂ ਵਰਗਾ ਹੀ ਹੁੰਦਾ ਹੈ। ਉਸੇ ਤਰ੍ਹਾਂ ਹੀ ਖਾਂਦਾ ਪੀਂਦਾ, ਉਸੇ ਤਰ੍ਹਾਂ ਹੀ ਪਹਿਨਦਾ, ਬਹੁਤ ਸਧਾਰਨ ਤਰ੍ਹਾਂ ਦਾ ਉਹਦਾ ਫਿਜ਼ੀਕਲੀ ਜੋ ਸਰੀਰ ਹੁੰਦਾ ਹੈ, ਖਾਣਾ ਪੀਣਾ। ਲੇਕਿਨ ਉਹ ਅੰਦਰੋਂ ਉਹਦੇ ਵਿੱਚ ਸਤਿਗੁਰੂ ਪ੍ਰਗਟ ਹੈ, ਉਹਦੇ ਵਿੱਚ ਕੋਈ ਔਗਣ ਨਹੀਂ। ਜੋ ਪ੍ਰਮਾਤਮਾ ਦੇ ਗੁਣ ਹੈ ਉਹ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੈ। ਉਹਨੇ ਜੋ ਪ੍ਰਗਟ ਕਰਕੇ ਅੰਦਰ ਉਹਦੀ ਜੋ ਜੋਤ ਹੈਗੀ ਆ ਉਹ ਜਗ ਰਹੀ ਹੈ। ਉਹ ਪ੍ਰਮਾਤਮਾ ਤੇ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਹੈ। ਇਸੇ ਕਰਕੇ ਲਿਖਿਆ ਕਿ ਸਤਿਗੁਰੂ ਪੁਰਖ ਅਗੰਮ ਹੈ, ਜਿਸ ਅੰਦਰ ਹਰ ਔਰ ਧਾਰਿਆ। ਵੀ ਉਹਦੇ ਅੰਦਰ, ਉਹਨਾਂ ਦੇ ਸਤਿਗੁਰੂ ਦੇ ਹਿਰਦੇ ਵਿੱਚ ਪ੍ਰਮਾਤਮਾ ਜਿਹੜਾ ਪ੍ਰਗਟ ਹੈਗਾ ਔਰ ਅਗੰਮ ਹੈ। ਉਹਨੂੰ ਸਤਿਗੁਰੂ ਨੂੰ ਮਤਲਬ ਫਿਜ਼ੀਕਲੀ ਦੇਖ ਕੇ ਅਸੀਂ ਨਹੀਂ ਜਾਣ ਸਕਦੇ। ਉਹ ਸਿਰਫ ਦੇਖਣ ਨੂੰ ਹੀ ਸਾਡੇ ਸਰੀਰ ਵਰਗਾ ਸਰੀਰ ਨਹੀਂ, ਸਾਡੇ ਵਰਗਾ ਸਤਿਗੁਰੂ ਵਿੱਚ ਕੁਛ ਵੀ ਨਹੀਂ ਹੈ। ਜਿਸ ਤਰ੍ਹਾਂ ਦੇ ਅਸੀਂ ਆ, ਸਾਡੇ ਅੰਦਰ ਹੈ, ਪਰ ਸਤਿਗੁਰੂ ਦੇ ਅੰਦਰ ਕੁਛ ਵੀ ਨਹੀਂ ਹੈ। ਉਹ ਬਿਲਕੁਲ ਇੱਕ ਪਰਮਾਤਮਾ ਦਾ ਰੂਪ ਹੈ। ਕੋਈ ਔਗਣ ਨਹੀਂ, ਕੋਈ ਕਾਮ ਕ੍ਰੋਧ ਲੋਭ ਨਹੀਂ, ਕੋਈ ਮੋਹ ਨਹੀਂ ਹੈ। ਉਹ ਤਾਂ ਇੱਕ ਪ੍ਰਮਾਤਮਾ ਨਾਲ ਇੱਕਮਿਕ ਹੈ। ਤਾਂ ਉਸ ਨੂੰ ਸਤਿਗੁਰੂ ਨੂੰ ਬਾਹਰੋਂ ਦੇਖ ਕੇ ਅਸੀਂ ਪਛਾਣ ਨਹੀਂ ਸਕਦੇ। ਉਹ ਗਮ ਹੈ, ਉਹਨੂੰ ਅਸੀਂ ਮਤਲਬ ਉਹ ਗਿਣਤੀ ਮਿੰਤੀ ਤੋਂ ਪਰੇ ਹੈ, ਜੱਜਮੈਂਟ ਤੋਂ ਸਾਡੀ ਤੋਂ ਪਰੇ ਹੈ। ਉਹ ਇੱਕ ਪ੍ਰਮਾਤਮਾ ਹੀ ਤੁਸੀਂ ਕਹਿ ਸਕਦੇ ਹੋ। ਪ੍ਰਮਾਤਮਾ ਵੀ ਗਮ ਹੈ, ਸਤਿਗੁਰੂ ਵੀ ਗਮ ਹੈ। ਸਤਿਗੁਰੂ ਨੂੰ ਉੱਪਰ ਕੋਈ ਨਾ ਸਕੇ, ਜਿਸ ਵੱਲ ਸਿਰਜਣਹਾਰ ਆ। ਸਤਿਗੁਰੂ ਵੱਲ ਸਿਰਜਣਹਾਰ ਤਾਂ ਪ੍ਰਮਾਤਮਾ ਤਾਂ ਹੈਗਾ ਹੀ ਹੈ। ਉਹਦੇ ਨਾਲ ਅਸੀਂ ਕਿਉਂ ਨਹੀਂ ਉੱਪਰ ਸਕਦੇ? ਕਿਉਂਕਿ ਸਾਡੇ ਵਿੱਚ ਨਾ ਤਾਂ ਪ੍ਰਮਾਤਮਾ ਲਈ ਮੱਤ ਹੈਗੀ ਆ,
ਨਾ ਪਰਮਾਤਮਾ ਦੀ ਦਇਆ ਧਰਮ ਸਤ ਸੰਤੋਖ ਹੈਗੇ ਸਾਡੇ ਵਿੱਚ। ਆਮ ਲੋਕਾਂ ਦੇ ਵਿੱਚ ਜਿਹਦੇ ਵਾਸਤੇ ਉਪਦੇਸ਼ ਹੈ ਆਮ ਲੋਕਾਂ ਵਾਸਤੇ ਕਿ ਅਸੀਂ ਤਾਂ ਕਾਮ ਇਨਸਾਨ ਆ, ਸਾਡੇ ਵਿੱਚ ਤਾਂ ਸਾਰੇ ਔਗਣ ਭਰੇ ਹੋਏ ਆ, ਅਸੀਂ ਤਾਂ ਪਰਮਾਤਮਾ ਨਾਲੋਂ ਟੁੱਟੇ ਹੋਏ ਆ, ਅਸੀਂ ਉਸਦੇ ਸਤਿਗੁਰੂ ਤੱਕ ਸਾਡੀ ਸਿਆਣਪ ਨਹੀਂ ਜਾ ਸਕਦੀ, ਸਾਡੀ ਜੱਜਮੈਂਟ ਕੋਈ ਵੀ ਉਹ ਸਤਿਗੁਰੂ ਨੂੰ ਅਸੀਂ ਨਹੀਂ ਪਛਾਣ ਸਕਦੇ। ਸਤਿਗੁਰੂ ਦਾ ਮੁਕਾਬਲਾ ਤਾਂ ਕੀ ਕਰਨਾ। ਸਤਿਗੁਰੂ ਕਾ ਖੜਗ ਸੰਜੋਗ ਹਰ ਭਗਤੀ ਹੈ ਜਿਤ ਕਾਲ ਕੰਟਕ ਮਾਰ ਮੁਕਾਰਿਆ। ਇਹ ਹੈ ਕਿ ਅਸੀਂ ਜਿਹੜਾ ਇਹ ਗੁਰਮੁਖਤਾ ਦਾ ਰਾਹ ਹੈਗਾ, ਅਸੀਂ ਦੁਸ਼ਮਣਾਂ ਦੇ ਨਾਲ ਲੜਨਾ। ਦੁਸ਼ਮਣ ਕਿਹੜੇ ਹੈ? ਸਾਡੇ ਕਾਮ ਕ੍ਰੋਧ ਲੋਭ ਮੋਹ ਤੇ ਵਿਕਾਰ ਸਾਰੇ, ਝੂਠ ਨਿੰਦਾ, ਇਹ ਸਾਰਾ ਕੁਝ ਕੀ ਹੈ? ਇਹ ਕਾਲ ਦੀ ਸਰਕਾਰ ਆ, ਇਹ ਜਮ ਕਾਲ ਦੀ ਸਰਕਾਰ ਆ, ਇਹ ਸਮੇਂ ਦੇ ਅੰਦਰ ਹੈਗੀ, ਚਲਦੀ ਹੈ, ਜਨਮ ਮਰਨ ਦੇ ਅੰਦਰ ਹੈ। ਤੋ ਕਾਲ ਦਾ ਮਤਲਬ ਵੀ ਸਮਾਂ ਹੈਗਾ, ਵੀ ਸਮੇਂ ਦੇ ਅੰਦਰ ਹੈਗੀ ਆ। ਤੋ ਇਹ ਜਿਹੜੇ ਸਾਡੇ ਵਿਕਾਰ ਹੈਗੇ ਆ, ਸਤਿਗੁਰੂ ਦਾ ਵਿਕਾਰ ਕੀ ਆ? ਸਤਿਗੁਰੂ ਦਾ ਮਤਲਬ ਹਥਿਆਰ ਕੀ ਆ? ਖੜਗ ਕੀ ਆ? ਖੰਡਾ ਕੀ ਆ? ਸੰਜੋਗ ਕੀ ਹੈ? ਉਹ ਹਰ ਭਗਤੀ ਹੈ। ਹਰ ਭਗਤੀ ਕੀ ਹੈ? ਹਰ ਭਗਤੀ ਹੈਗੀ ਆ ਪ੍ਰਮਾਤਮਾ ਦਾ ਨਾਮ ਅਰਾਧਨਾ, ਪ੍ਰਮਾਤਮਾ ਨੂੰ ਧਿਆਉਣਾ। ਉਹੀ ਉਸ ਖੜਗ ਨਾਲ ਹੀ ਇਹ ਜਿਹੜੇ ਅੰਦਰਲੇ ਦੁਸ਼ਮਣ ਆ ਸਾਡੇ, ਉਹ ਮਾਰੇ ਜਾ ਸਕਦੇ। ਤੋ ਸਿਰਫ ਨਾਮ ਦੇ ਨਾਲ, ਭਗਤੀ ਦੇ ਨਾਲ, ਨਾਮ ਨੂੰ ਅਰਾਧਨ ਦੇ ਨਾਲ ਹੀ ਅਸੀਂ ਉਹ ਮੁਕਾਬਲਾ ਕਰ ਸਕਦੇ। ਉਹ ਅਸੀਂ ਭਗਤੀ ਲੈਣੀ ਕਿੱਥੋਂ ਆ? ਉਹ ਲੈਣੀ ਆ ਸਤਿਗੁਰੂ ਦੀ ਸੰਗਤ ਕਰਕੇ। ਉਹ ਸਤਿਗੁਰੂ, ਇਹ ਜਿਹੜੇ ਇਤਿਹਾਸ ਸਤਿਗੁਰੂ ਦੇ ਆ, ਉਹ ਸਾਨੂੰ ਦੇਵੇਗਾ। ਉਹਦੇ ਨਾਲ ਅਸੀਂ ਇਹ ਜਿਹੜੇ ਦੁਸ਼ਮਣ ਹੈਗੇ ਆ ਉਹ ਮਾਰਨੇ ਆ। ਹਾਂ, ਗੋਰਖੀ ਸਾਹਿਬ ਆ ਗਏ ਜੀ। ਬਸ ਠੀਕ ਹੈ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਿੱਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਆਵਾਜ਼ ਏਦਾਂ ਦੀ ਆਉਣੀ ਆ, ਚੱਲੂਗੀ ਜੀ, ਚੱਲੂਗੀ, ਬਿਲਕੁਲ ਦੌੜੂਗੀ। ਹਾਂ, ਤੁਸੀਂ ਮੈਨੂੰ ਅੱਜ ਦਾ ਥੋੜਾ ਜਿਹਾ ਸਾਧ ਸੰਗਤ ਜੀ, ਅੱਜ ਦਾ ਮੈਨੂੰ ਸਾਰ ਦੱਸ ਦਿਓ ਤੇ ਮੈਂ ਤੁਹਾਨੂੰ ਉਹ ਆਪਣੇ ਸ਼ਬਦਾਂ ਦੇ ਵਿੱਚ ਥੋੜਾ ਐਕਸਪਲੇਨ ਕਰ ਦਾਂ। ਬਿਲਕੁਲ ਬਿਲਕੁਲ। ਅੱਜ ਜਿਹੜਾ ਹੈਗਾ, ਅੱਜ ਦਾ ਸਾਰ ਇਹ ਹੈਗਾ ਕਿ ਬਈ ਮਹਾਰਾਜ ਕਹਿੰਦੇ ਆ ਕਿ ਦੇਖੋ, ਸੰਗਤ ਦੇ ਵਿੱਚ ਜਦ ਬ੍ਰਹਮ ਗਿਆਨੀਆਂ ਦੇ ਕੋਲ, ਗੁਰੂ ਦੇ ਕੋਲ ਜਿਹੜੇ ਹੈਗੇ ਆ, ਦੋਨੋਂ ਹੀ ਜਾਣਗੇ ਸੰਗਤ ਦੇ ਵਿੱਚ, ਸਾਖਤ ਵੀ ਜਾਣਗੇ ਤੇ ਮਨਮੁਖ ਵੀ ਤੇ ਗੁਰਮੁਖ ਵੀ ਦੋਨੋਂ ਜਾਣਗੇ। ਦੋਨੋਂ ਹੀ ਜਾ ਕੇ ਨਿਭਣਗੇ, ਦੋਨੋਂ ਹੀ ਜਾ ਕੇ ਬਾਣੀ ਸੁਣਨਗੇ, ਗੁਰੂ ਦੀ ਗੱਲ ਸੁਣਨਗੇ, ਸਾਰਾ ਕੁਝ ਦੋਨੋਂ ਲੈਣਗੇ। ਔਰ ਆਪਣੇ ਅੰਦਰ ਹੀ ਜਿਹੜਾ ਹੈਗਾ ਦੋਨੋਂ ਹੈਗੇ, ਆਪਾਂ ਸਾਖਤ ਵੀ ਹੈਗੇ। ਤੇ ਇਹ ਨਾ ਆਪਣਾ ਮਾਈਕ ਬੰਦ ਕਰ ਦੇਣਾ ਜੀ, ਜਿਨ੍ਹਾਂ ਦਾ ਖੁੱਲ੍ਹਾ ਹੈ ਪਲੀਜ਼ ਮਾਈਕ ਬੰਦ ਕਰ ਦੇਣਾ। ਤੇ ਉਹਦੇ ਨਾਲ ਕੀ ਹੋਏਗਾ ਕਿ ਪਤਾ ਕਿਵੇਂ ਲੱਗੇਗਾ ਵੀ ਇਹ ਗੁਰਮੁਖ ਹੈ ਕਿ ਤੇ ਮਨਮੁਖ ਹੈ। ਜਦ ਜਿਹੜਾ ਹੈਗੇ ਗੁਰੂ ਕਹਿੰਦੇ ਕਿ ਜਿਹੜੇ ਹੈਗੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਜਦ ਉਹਦੇ ਐਕਸ਼ਨ ਦੀ ਗੱਲ ਹੁੰਦੀ ਆ, ਉਹ ਬਾਣੀ ਜੋ ਗੁਰੂ ਦੇ ਬਚਨ ਹੈਗੇ ਉਹਨਾਂ ਨੂੰ ਕਮਾਉਣਾ ਹੁੰਦਾ ਹੈ, ਉਸ ਜਗ੍ਹਾ ਤੇ ਜਿਹੜੇ ਹੈਗੇ ਸਾਖਤ ਜਿਹੜੇ ਹੈਗੇ ਉਹ ਫੇਲੂਅਰ ਹੋ ਜਾਂਦੇ ਆ। ਉਸ ਜਗ੍ਹਾ ਤੇ ਆਪਣੇ ਅੰਦਰ ਜਿਹੜਾ ਸਾਖਤਪੁਣਾ ਹੈਗਾ, ਜੇ ਆਪਾਂ ਨਹੀਂ ਨਿਭਦੇ, ਜੇ ਆਪਣਾ ਸਾਖਤਪੁਣਾ ਨਹੀਂ ਛੱਡਦੇ, ਤੇ ਆਪਾਂ ਜਿਹੜੇ ਸਾਖਤ ਦੀ ਗਿਣਤੀ 'ਚ ਹੀ ਆ ਜਾਵਾਂਗੇ। ਜੇ ਉਸ ਜਗ੍ਹਾ ਤੇ ਜਿਹੜੀ ਹੈਗੀ ਲਚਕ ਹੈ ਆਪਣੇ ਅੰਦਰ, ਆਪਾਂ ਉਹਨਾਂ ਨੂੰ, ਆਪਣੇ ਅਵਗੁਣਾਂ ਨੂੰ ਛੱਡਣ, ਉਹ ਗੁਣ ਗ੍ਰਹਿਣ ਕਰਕੇ ਜੋ ਗੁਰੂ ਕਹਿ ਰਹੇ ਐਕਸ਼ਨ ਵਾਸਤੇ, ਜੇ ਐਕਸ਼ਨ ਕਰ ਲਵਾਂਗੇ ਤੇ ਆਪਾਂ ਵੀ ਲੱਦੋ ਵਾਰੇ ਹੋ ਜਾਵਾਂਗੇ। ਆਪਾਂ ਵੀ ਜਿਹੜੇ ਹੈਗੇ ਆ ਗੁਰਮੁਖ, ਉਹ ਮਨਮੁਖ ਤੋਂ ਗੁਰਮੁਖ ਹੋ ਜਾਵਾਂਗੇ। ਆਹ ਹੈਗਾ ਭਾਈ, ਕਿਉਂਕਿ ਸਾਖਤ ਜਿਹੜੇ ਹੁੰਦੇ ਉਹਨਾਂ ਦੇ ਵਿੱਚ ਹੀ ਹੈਗੇ। ਤੇ ਪਰ ਜਿੱਥੇ ਐਕਸ਼ਨ ਦੀ ਗੱਲ ਹੁੰਦੀ ਆ, ਉੱਥੇ ਜਿਹੜੇ ਹੈਗੇ ਜਿਨ੍ਹਾਂ ਨੇ ਜਿਹੜੇ ਹੈਗੇ ਗੁਰੂ ਦੀ ਗੱਲ ਜਿਹੜੀ ਹੈ ਬੋਚ ਲੈਣੀ ਆ ਔਰ ਉਸ ਦੇ ਅਨੁਸਾਰ ਉਸੇ ਵੇਲੇ ਤਤਪਰ ਹੋ ਜਾਣਾ, ਉਹਨਾਂ ਨੂੰ ਕਹਿੰਦੀ ਬਾਣੀ ਲੱਦੋ ਵਾਰੇ, ਉਹਨਾਂ ਨੂੰ ਕਹਿੰਦੀ ਹੈ ਬਾਣੀ ਗੁਰਸਿੱਖ। ਸਾਖਤ ਨੂੰ ਕਹਿੰਦੀ ਹੈ ਉਹ ਹੈਗੇ ਬਗਲੇ ਮੰਗੂ, ਜਾ ਗੁਰ ਕਹੇ ਉਠੋ ਮੇਰੇ ਭਾਈ, ਬਹਿ ਜਾਏ ਕੁਸਰ ਬਗੁਲਾਰੇ। ਉਹ ਨਹੀਂ ਉੱਠਦੇ, ਉਹ ਨਹੀਂ ਐਕਸ਼ਨ ਕਰਦੇ, ਉਹ ਨਹੀਂ ਧਿਆਨ ਸਿਮਰਨ ਕਰਦੇ, ਨਹੀਂ ਮੰਨਦੇ ਗੁਰੂ ਦੀ ਗੱਲ।
ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਚੁਣ ਕੱਢੇ ਲੱਦੋ ਵਾਰੇ। ਗੁਰਸਿੱਖਾਂ ਦੇ ਅੰਦਰ ਤਾਂ ਸਤਿਗੁਰੂ ਵਰਤਦਾ ਹੈ ਭਾਈ। ਉਹ ਤਾਂ ਜਿਹੜੇ ਹੈਗੇ ਗੁਰਸਿੱਖ ਤਾਂ ਵਾਰ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਹੁੰਦੇ ਆ। ਉਹ ਤਾਂ ਉਹ ਜਿਹੜੇ ਹੈਗੇ ਉਹ ਤਾਂ ਉਹ ਉਸੇ ਵੇਲੇ ਐਕਸ਼ਨ ਕਰਦੇ ਆ। ਤੇ ਸਾਕਤ ਉਹ ਅੱਗੇ ਪਿੱਛੇ ਬਹਿ ਮੂੰਹ ਚ ਪਾਇਨ ਨਾ ਰਲਣੀ ਖੋਟਿਆਰੇ। ਅੱਗੇ ਪਿੱਛੇ ਜਿਹੜੇ ਆ ਮੂੰਹ ਚ ਪਾਉਂਦੇ ਆ, ਨਹੀਂ ਰਲਦੇ ਭਾਈ, ਕਿਉਂਕਿ ਉਹਨਾਂ ਦਾ ਪੱਖ ਜਿਹੜਾ ਹੈਗਾ, ਉਹਨਾਂ ਦਾ ਭੋਜਨ ਉੱਥੇ ਨਹੀਂ ਹੈਗਾ ਭਾਈ। ਇਸ ਕਰਕੇ ਜਿਹੜਾ ਹੈਗਾ ਉਹਨਾਂ ਦੀ ਖੋਟ ਆ। ਉਹ ਜਾ ਕੇ ਭੇਡਾਂ ਵਾਂਗੂ, ਜਿੱਤੇ ਭੇਡਾਂ ਜਾਂਦੀਆਂ ਚਰਦੀਆਂ ਜਿਵੇਂ, ਉਵੇਂ ਜਾ ਕੇ ਜਿਹੜਾ ਉਹਨਾਂ ਨੇ ਝੂਠ ਜਿਹੜਾ ਹੈਗਾ ਉਹ ਸਵਾਦ ਪਦਾਰਥ ਲੈਣੇ ਆ। ਤੇ ਸਾਕਤ ਤੇ ਸਿਰਜਣਹਾਰ ਦੋਨੋਂ ਜਿਹੜੇ ਆ ਮਾਲਕ ਪਰਮਾਤਮਾ ਦੇ ਬਣਾਏ ਹੋਏ ਆ। ਜਿਸ ਕਾ ਇਹ ਖੇਲ ਸੋਈ ਕਰਦੇ ਵੇਖਿਆ ਜਨ ਨਾਨਕ ਨਾਮ ਸਮਾਰੇ। ਕਹਿੰਦੇ ਤੂੰ ਤਾਂ ਆਪਣਾ ਨਾਮ, ਤੂੰ ਆਪਣਾ ਕੰਮ ਕਰ ਪਿਆਰਿਆ। ਜੇ ਤੇਰੇ ਅੰਦਰ ਗੱਲ ਜਿਹੜੀ ਆ ਬ੍ਰਹਮ ਗਿਆਨ ਆ ਗਿਆ ਤੇ ਤੂੰ ਐਕਸ਼ਨ ਕਰ, ਤੇ ਬਾਕੀ ਸਾਕਤ ਔਰ ਉਹਦੇ ਬਾਰੇ ਤੂੰ ਬਾਦਰ ਨਾ ਕਰ। ਮਾਲਕ ਪਰਮਾਤਮਾ ਆਪੇ ਜਾਣਦਾ ਹੈ, ਆਪੇ ਉਹਦੇ ਵਿੱਚ ਵੀ ਹੈਗਾ ਤੇ ਇਹਦੇ ਵਿੱਚ ਵੀ ਹੈਗਾ। ਇਹ ਤਾਂ ਹੋਈ ਸਾਕਤ ਤੇ ਗੁਰਮੁਖ ਦੀ ਗੱਲ। ਇਸ ਤੋਂ ਬਾਅਦ ਮਹਾਰਾਜ ਜਿਹੜੇ ਚੌਥੀ ਪਾਤਸ਼ਾਹੀ ਜਿਹੜੀ ਹੈਗੀ ਆ, ਉਹ ਸਤਿਗੁਰੂ ਦੇ ਬਾਰੇ ਦੱਸ ਰਹੀ ਹੈ ਵੀ ਸਤਿਗੁਰੂ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈਗੇ ਆ। ਕਹਿੰਦੇ ਬ੍ਰਹਮ ਗਿਆਨੀ ਉਹ ਹੈਗੇ ਆ, ਸਤਿਗੁਰੂ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ। ਕਹਿੰਦੇ ਉਹ ਵੀ ਅਗੰਮ ਆ, ਉਹਨੂੰ ਵੀ ਨਹੀਂ ਗੰਮਿਆ ਜਾ ਸਕਦਾ। ਬ੍ਰਹਮ ਗਿਆਨੀਆਂ ਦੀ ਵੀ ਜਿਹੜੀ ਹੈ ਆਪਾਂ ਜਿਹੜੇ ਹੈਗੇ ਨਹੀਂ ਜਾਣ ਸਕਦੇ ਪਾਏ। ਉਹ ਤਾਂ ਮਾਲਕ ਪਰਮਾਤਮਾ ਜਿਹੜਾ ਅਗੰਮ ਆ ਉਹਦਾ ਰੂਪ ਹੈਗੇ। ਉਹਨਾਂ ਦੇ ਅੰਦਰ ਹਿਰਦੇ 'ਚ ਪਰਮਾਤਮਾ ਹੈਗਾ, ਔਰ ਉਹਨਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ, ਕਿਉਂਕਿ ਉਹਨਾਂ ਦੇ ਵੱਲ ਮਾਲਕ ਪਰਮਾਤਮਾ ਹੈਗਾ। ਔਰ ਕਿਵੇਂ ਬ੍ਰਹਮ ਗਿਆਨੀ ਹੋ ਗਏ? ਕੀ ਉਹਨਾਂ ਨੇ ਜਿਹੜੇ ਹੈਗੇ ਇਹ ਸੰਸਾਰ ਦੇ ਵਿੱਚ ਆ ਕੇ ਜਿਹੜਾ ਕੀ ਕੀਤਾ, ਉਹਨਾਂ ਨੇ ਕਿਵੇਂ ਯੁੱਧ ਜਿੱਤਿਆ? ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ। ਕਹਿੰਦੇ ਉਹਨਾਂ ਦਾ ਜਿਹੜਾ ਹੈਗਾ ਖੜਗ ਤਲਵਾਰ ਤੇ ਸੰਜੋ ਕਹਿੰਦੇ ਆ ਉਹ ਜਿਹੜਾ ਹੈਗਾ ਢਾਲ ਜਾਂ ਕਵਚ, ਕਹਿੰਦੇ ਉਹ ਭਗਤੀ ਹੈਗੀ ਭਾਈ। ਭਗਤੀ ਦੇ ਨਾਲ ਉਹਨਾਂ ਨੇ ਕਾਲ ਕੰਟਕ ਨੂੰ ਮਾਰ ਦਿੱਤਾ। ਔਰ ਸਤਿਗੁਰੂ ਦਾ ਰੱਖਣ ਵਾਲਾ ਪਰਮਾਤਮਾ ਆਪ ਹੈਗਾ ਭਾਈ। ਔਰ ਸਤਿਗੁਰੂ ਦੇ ਪਿੱਛੇ ਜਿਹੜਾ ਹੈਗਾ ਮਾਲਕ ਸਾਰਿਆਂ ਨੂੰ ਵਾਰ ਦਿੰਦਾ ਹੈ। ਜਿਹੜੇ ਵੀ ਸਤਿਗੁਰੂ ਦੇ ਪਿੱਛੇ ਹੁੰਦੇ ਆ, ਜਿਹੜੇ ਗੁਰੂ ਨੂੰ ਫਾਲੋ ਕਰਦੇ ਆ, ਸਤਿਗੁਰੂ ਕੇ ਪਿੱਛੇ ਹਰ ਸਭੇ ਉਭਾਰਿਆ, ਸਾਰਿਆਂ ਨੂੰ ਵਾਰ ਦੇਗਾ, ਕੋਈ ਖਾਲੀ ਨਹੀਂ ਜਾਏਗਾ। ਤੇ ਜਿਹੜਾ ਮਨ ਦਾ ਚਿੱਤ ਉਹਦਾ ਹੈ ਸਤਿਗੁਰੂ ਦਾ, ਉਹ ਪੈਦਾ ਕਰਨ ਵਾਲਾ ਆਪ ਮਾਰ ਦਿੰਦਾ ਉਹਨੂੰ, ਮਾਲਕ ਪਰਮਾਤਮਾ। ਕਿਉਂਕਿ ਆਤਮਿਕ ਮੌਤ ਮਰੇਗਾ, ਉਹ ਆਤਮਿਕ ਉਚਾਈ ਨਹੀਂ, ਇਹ ਪੌੜੀ ਤੋਂ ਖਿਸਕ ਜਾਏਗਾ, ਥੱਲੇ ਚਲੇ ਜਾਏਗਾ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ। ਕਹਿੰਦੇ ਇਹ ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਆ ਜਿਹੜਾ ਹੈਗਾ ਉਹਦਾ ਕਾਨੂੰਨ ਹੈਗਾ ਭਾਈ, ਮਾਲਕ ਦੇ ਦਰਬਾਰ ਦਾ ਕਾਨੂੰਨ ਹੈਗਾ। ਇਹ ਅਗਮ ਵਿਚਾਰ ਜਿਹੜੀ ਹੈਗੀ, ਮਹਾਰਾਜ ਕਹਿੰਦੇ ਆ ਮੈਂ ਤਾਂ ਵਿਚਾਰੀ ਹੈਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਮੈਂ ਆਪਣੇ ਕੋਲੋਂ 2 ਲਫ਼ਜ਼ ਬੋਲਾਂਗਾ ਤਾਂ ਜੋ ਗੱਲ ਕੰਪਲੀਟ ਹੋ ਜੇ। ਬਾਣੀ ਦੀ ਵਿਆਖਿਆ ਤੇ ਨਿੱਜਰ ਸਾਹਿਬ ਨੇ ਕਰ ਦਿੱਤੀ ਹੈ। ਦੇਖੋ ਸਾਧ ਸੰਗਤ ਜੀ, ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਆ ਉਹ ਹੈ ਘਰ ਵਿੱਚ ਸ਼ਾਂਤੀ ਬਣਾ ਕੇ ਰੱਖਣਾ। ਸ਼ਾਂਤੀ ਦਾ ਮਤਲਬ ਇਹ ਹੁੰਦਾ ਕਿ ਛੋਟੀ ਮੋਟੀਆਂ ਗੱਲਾਂ ਘਰਾਂ 'ਚ ਹੁੰਦੀਆਂ ਨੇ ਤੇ ਹਰ ਇੱਕ ਇਨਸਾਨ ਦੇ ਅੰਦਰ ਸਹਿਣਸ਼ੀਲਤਾ ਆਉਂਦੀ ਹੈ। ਸਹਿਣਸ਼ੀਲਤਾ ਜਿਹੜੀ ਆ ਉਹ ਭਗਤੀ ਦੇ ਨਾਲ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਔਰ ਜਿਸ ਘਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਅੰਦਰ ਸਹਿਣਸ਼ੀਲਤਾ ਵਾਲਾ ਗੁਣ ਹੈ ਨਾ, ਉਹ ਘਰ ਸਵਰਗ ਆ। ਹੁਣ ਮੰਨ ਲਓ ਮੈਂ ਘਰੇ ਬੈਠਾ ਤੇ ਮੇਰੀ ਧਰਮ ਪਤਨੀ ਕੋਲੋਂ ਇੱਕ ਬਰਤਨ ਰਸੋਈ ਦੇ ਵਿੱਚ ਡਿੱਗ ਗਿਆ। ਜੇਕਰ ਮੈਂ ਚਾਹਵਾਂ ਤੇ ਮੈਂ ਬਹੁਤ ਰੌਲਾ ਪਾ ਸਕਦਾ ਕਿਉਂਕਿ ਉਹਦੇ ਕੋਲ ਗਲਤੀ ਹੋ ਗਈ ਹੈ। ਜੇ ਮੈਂ ਚਾਹਵਾਂ ਤੇ ਮੈਂ ਉਸ ਗੱਲ ਨੂੰ ਉੱਥੇ ਮਾਫ ਕਰਕੇ ਖਤਮ ਕਰ ਸਕਦਾ। ਬਾਣੀ 'ਚ ਕਿਹਾ ਵਾ ਖਾਸ ਕਰਕੇ ਕਿ ਮਾਫੀ ਵਾਲਾ ਜਿਹੜਾ ਗੁਣ ਆ ਉਹ ਅਖਤਿਆਰ ਕਰਨਾ ਹੈ। ਕਿਉਂਕਿ ਮਾਫ ਕਰਨ ਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਸੰਤ ਬਣ ਗਿਆ, ਕੋਈ ਮਹਾਤਮਾ ਬਣ ਗਿਆ। ਮਾਫ ਕਰਨ ਦਾ ਮਤਲਬ ਕਿ ਇੰਨਾ ਵਾ ਕਿ ਜਿਹੜੀ ਗਲਤੀ ਦੂਸਰੇ ਕੋਲ ਹੋਈ ਆ ਉਹ ਮੇਰੇ ਕੋਲੋਂ ਵੀ ਹੋ ਸਕਦੀ ਹੈ। ਔਰ ਇਹ 2 ਗੁਣ ਤੁਸੀਂ ਆਪਣੇ ਜੀਵਨ 'ਚ ਅਖਤਿਆਰ ਕਰਨੇ ਆ ਤੇ ਇਹਦੇ ਨਾਲ ਤੁਹਾਡੇ ਜੀਵਨ ਦੇ ਨਾ ਬੜੇ ਵੱਡੇ ਮਸਲੇ ਜਿਹੜੇ ਤੁਹਾਡੇ ਆਟੋਮੈਟਿਕਲ ਸੁਲਝ ਜਾਣੇ। ਜੇਕਰ ਤੁਸੀਂ ਨੌਕਰੀ ਕਰਦੇ ਜੋ ਜਾਂ ਸਾਂਝੇ ਪਰਿਵਾਰ 'ਚ ਬੈਠੇ ਜੋ, ਜੁਆਇੰਟ ਫੈਮਿਲੀ 'ਚ ਬੈਠੇ ਜੋ, ਜਾਂ ਜੀਵਨ ਸਾਥੀ ਦੇ ਨਾਲ ਬੈਠੇ ਜੋ,
ਦੇਖੋ ਜਦੋਂ ਆਪਾਂ ਗੈਸ ਨੂੰ ਔਨ ਕਰਦੇ ਆ ਨਾ, ਉਹਦਾ ਸੋਚਣਾ ਥੋੜਾ ਬਹੁਤਾ ਖਾਲੀ ਜਾਂਦਾ, ਉੱਥੇ ਗੈਸ ਨਹੀਂ ਆਉਂਦੀ। ਸਹੀ ਹੈ ਨਿਜਰ ਸਾਹਿਬ? ਬਿਲਕੁਲ। ਉਹਦਾ ਕਾਰਨ ਕੀ ਆ? ਇੱਕਦਮ ਗੈਸ ਉਹ ਵੀ ਨਹੀਂ ਛੱਡਦਾ, ਹੌਲੀ ਹੌਲੀ ਜਦੋਂ ਆਪਾਂ ਗਾਂਹ ਜਾਂਦੇ ਆ ਇੱਕ ਸੀਮਾ ਆਉਂਦੀ, ਉਸ ਤੋਂ ਬਾਅਦ ਗੈਸ ਆਉਂਦੀ ਹੈ। ਇਸੇ ਹੀ ਤਰ੍ਹਾਂ ਹਰ ਇੱਕ ਬੰਦੇ ਦੇ ਅੰਦਰ ਸਹਿਣਸ਼ੀਲਤਾ ਹੁੰਦੀ ਆ, ਇਹ ਪ੍ਰਮਾਤਮਾ ਵੱਲੋਂ ਗੁਣ ਹੁੰਦਾ ਹੈ। ਪਰ ਕਈ ਲੋਕ ਕੀ ਕਰਦੇ, ਉਸ ਗੁਣ ਨੂੰ ਹੌਲੀ ਹੌਲੀ ਕਰਕੇ ਖਤਮ ਕਰ ਦਿੰਦੇ ਆ ਕਿ ਇੱਕ ਟਾਈਮ ਤੇ ਜੋ ਗੱਲ ਹੋਈ ਸੇਮ ਟਾਈਮ ਤੇ ਐਕਸ਼ਨ ਕਰ ਲਿਆ। ਜੇਕਰ ਦੇਖੋ ਆਪਾਂ ਘਰ ਦੇ ਵਿੱਚ ਏਦਾਂ ਇੱਕਦਮ ਐਕਸ਼ਨ ਕਰਾਂਗੇ ਤੇ ਘਰਾਂ ਦੇ ਵਿੱਚ ਸ਼ਾਂਤੀ ਨਹੀਂ ਰਹੇਗੀ, ਬਹੁਤ ਮੁਸ਼ਕਿਲ ਹੋ ਜਾਏਗਾ ਉਸ ਘਰ 'ਚ ਰਹਿਣਾ, ਕਿਉਂਕਿ ਅਗਲੇ ਨੇ ਗੱਲ ਕਹੀ, ਗੱਲ ਸਹਾਰਨੀ ਨਹੀਂ, ਉਸੇ ਟਾਈਮ ਹੀ ਉਹਨੇ ਬੈਕਫਾਇਰ ਕਰ ਦੇਣਾ। ਔਰ ਜਦੋਂ ਬੈਕਫਾਇਰ ਹੋਏਗੀ ਤੇ ਘਰਾਂ ਦੇ ਵਿੱਚ ਫਿਰ ਕਹਿੰਦੇ ਕਲੇ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਫਿਰ ਉਹਨਾਂ ਘਰਾਂ ਦੇ ਵਿੱਚ ਫਿਰ ਕਲੇ ਰਹਿੰਦੀ ਆ, ਉਹ ਫਿਰ ਘਰ ਕਿਤੇ ਵਧੀਆ ਮਤਲਬ ਜੀਵਨ ਨਹੀਂ ਬਤੀਤ ਕਰਦੇ। ਜਿੱਦਾਂ ਤੁਹਾਡੇ ਸਰੀਰ 'ਚ ਬੁਖਾਰ ਵੜ ਜਾਂਦਾ ਨਾ, ਤੇ ਸਰੀਰ ਸਾਰੇ ਨੂੰ ਇੱਕਦਮ ਜਿੱਦਾਂ ਰੂਹ ਨਹੀਂ ਪਿੰਜ ਦੇਈਦਾ, ਉਸੇ ਤਰ੍ਹਾਂ ਪਿੰਜਿਆ ਜਾਂਦਾ ਹੈ ਤੁਹਾਡਾ ਸਰੀਰ। ਇਸੇ ਹੀ ਤਰ੍ਹਾਂ ਜਿਨ੍ਹਾਂ ਘਰਾਂ ਦੇ ਵਿੱਚ ਬਿਨਾਂ ਮਤਲਬ ਤੋਂ ਕਲੇ ਹੁੰਦੀ ਆ, ਲੜਾਈ ਝਗੜੇ ਹੁੰਦੇ ਆ, ਉਹ ਜਸਟ ਸਮਝ ਲਓ ਕਿ ਤੁਹਾਡੇ ਘਰ ਨੂੰ ਰੂਹ ਵਾਂਗੂ ਪਿੰਜਣ ਵਾਂਗੂ ਆ। ਇਸ ਕਰਕੇ ਮਾਫੀ ਦਾ ਜਿਹੜਾ ਅਗਲੇ ਨੂੰ ਮਾਫ ਕਰ ਦੇਣਾ, ਇਹ ਗੁਣ ਆ, ਔਰ ਇਹ ਗੁਣ ਪ੍ਰਮਾਤਮਾ ਦਾ ਹੈ। ਪ੍ਰਮਾਤਮਾ ਸਾਨੂੰ ਮਾਫ ਕਰਦਾ ਨਾ ਨਿੱਜਰ ਸਾਹਿਬ, ਆਪਾਂ ਕਿੰਨੀਆਂ ਗਲਤੀਆਂ ਕਰਦੇ ਹਾਂ। ਬਿਲਕੁਲ। ਇਸੇ ਹੀ ਤਰ੍ਹਾਂ ਇਸ ਗੁਣ ਨੂੰ ਤੁਸੀਂ ਅਖਤਿਆਰ ਕਰੋ। ਛੋਟੀਆਂ ਛੋਟੀਆਂ ਗੱਲਾਂ ਤੇ ਆਪਣੇ ਅੰਦਰ ਇੱਕ ਚੰਗੀ ਭਾਵਨਾ ਲਿਆਓ ਕਿ ਮਾਫ ਕਰੋ, ਮਾਫ ਕਰਤਾ, ਮਾਫ ਕਰਤਾ। ਮਾਫ ਕਰਨ ਦਾ ਮਤਲਬ ਇਹੋ ਹੀ ਹੈ ਕਿ ਘਰ 'ਚ ਸ਼ਾਂਤੀ ਬਣਾ ਕੇ ਰੱਖੋ। ਤੇ ਜੇ ਸਾਰੇ ਹੀ ਰੌਲਾ ਪਾਈ ਜਾਣਗੇ ਉਸੇ ਟਾਈਮ ਤੇ, ਸ਼ਾਰਟ ਟੈਂਪਰ ਦਾ ਮਤਲਬ ਇਹੋ ਆ ਕਿ ਉਹ ਬੰਦੇ 'ਚ ਸਹਿਣਸ਼ੀਲਤਾ ਨਹੀਂ ਹੈ। ਦੇਖੋ ਕੋਈ ਵੀ ਚੀਜ਼ ਹੈਗੀ, ਰੱਬ ਨੇ ਉਹਨੂੰ ਬਣਾਇਆ ਨਾ, ਤੇ ਉਹ 'ਚ ਸਹਿਣਸ਼ੀਲਤਾ ਜ਼ਰੂਰ ਪਾਈ ਹੈ। ਔਰ ਸਾਡਾ ਇਹ ਸਾਡੇ ਅੰਦਰ ਇੱਕ ਗੁਣ ਹੁੰਦਾ ਹੈ। ਔਰ ਹੌਲੀ ਹੌਲੀ ਕਰਕੇ ਬੰਦਾ ਕੀ ਕਰਦਾ ਹੈ, ਇਸ ਗੁਣ ਤੋਂ ਨਾ ਆਪਣੇ ਆਪ ਨੂੰ ਅਲੱਗ ਕਰ ਲੈਂਦਾ ਹੈ, ਤੇ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਤੁਸੀਂ ਵੇਖੋ ਜਿੱਦਾਂ ਉਮਰ ਵੱਧਦੀ ਹੈ ਨਾ, ਉਮਰ ਵਧਣ ਦੇ ਨਾਲ ਸਾਡੇ ਅੰਦਰ ਸਹਿਣਸ਼ੀਲਤਾ ਵਧਣੀ ਚਾਹੀਦੀ ਆ, ਪਰ ਨਹੀਂ, ਘਟ ਜਾਂਦੀ ਆ। ਥੋੜੀ ਜਿਹੀ ਗੱਲ ਹੋਈ ਨਾਲ ਹੀ ਗੁੱਸਾ ਕਰ ਲਿਆ, ਥੋੜੀ ਜਿਹੀ ਗੱਲ ਹੋਈ ਨਾਲ ਹੀ ਗੁੱਸਾ ਕਰ ਲਿਆ, ਸਹਿਣਸ਼ੀਲਤਾ ਨਹੀਂ ਹੈਗੀ। ਔਰ ਫਿਰ ਕੀ, ਫਿਰ ਦੁਖੀ ਹੁੰਦੇ ਆ, ਪਰੇਸ਼ਾਨ ਹੋਈ ਜਾਂਦੇ ਆ। ਔਰ ਜਦੋਂ ਆਪਾਂ ਪਰੇਸ਼ਾਨ ਹੋਵਾਂਗੇ ਤੇ ਨੁਕਸਾਨ ਕਿਹਦਾ? ਸਾਡਾ, ਕਿਸੇ ਦਾ ਨੁਕਸਾਨ ਨਹੀਂ ਹੈ। ਸੋ ਅੱਜ ਦੀ ਵਿਚਾਰ ਜੋ ਮੈਂ ਕਹੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇੱਕ ਛੋਟਾ ਜਿਹਾ ਨੁਕਤਾ ਹੀ ਹੈ। ਉਸ ਟਾਈਮ ਤੇ ਆਪਣੇ ਅੰਦਰ ਸ਼ਾਂਤੀ ਬਣਾ ਕੇ ਰੱਖੋ। ਸ਼ਾਂਤੀ ਦਾ ਮਤਲਬ ਇਹੋ ਹੀ ਹੈ ਕਿ ਇਹ ਵੇਖੋ ਕਿ ਅਗਲਾ ਬੰਦਾ ਨਹੀਂ ਸਮਝ ਰਿਹਾ, ਉਹ ਤੁਹਾਡੇ ਤੇ ਅਟੈਕ ਕਰ ਰਿਹਾ, ਔਰ ਜੇ ਤੁਸੀਂ ਵਾਪਸ ਅਟੈਕ ਕਰ ਦਿੱਤਾ ਤੇ ਫਿਰ ਲੜਾਈ ਸ਼ੁਰੂ ਹੋ ਗਈ, ਫਿਰ ਤੋਂ ਖਤਮ ਨਹੀਂ ਹੋਣੀ, ਬਹੁਤ ਨੁਕਸਾਨ ਹੋਏਗਾ। ਔਰ ਇਸੇ ਤਰ੍ਹਾਂ ਕਈ ਵਾਰੀ ਆਪਾਂ ਘਰਾਂ 'ਚ ਰਹਿੰਦੇ ਤੇ ਇਕੱਠੇ ਹੀ ਆ, ਇੱਕ ਮਕਾਨ 'ਚ ਹੀ ਰਹਿੰਦੇ ਆ, ਤੇ ਬੜੀਆਂ ਕਿਲੋਮੀਟਰ ਦੀਆਂ ਦੂਰੀਆਂ ਹੁੰਦੀਆਂ, ਨਾਲ ਵੀ ਇੱਕ ਪਤੀ ਪਤਨੀ ਇਕੱਠੇ ਸੌਂਦੇ ਆ, ਹੈ ਤੇ ਵੇਖਣ ਤੇ ਲੱਗ ਗਈ ਆ ਇੱਕ ਬੈੱਡ ਤੇ ਮੇਰੇ ਨਾਲ। ਪਰ ਜਦੋਂ ਆਪਾਂ ਇੱਕ ਦੂਜੀ ਦੀ ਗੱਲ ਨੂੰ ਨਹੀਂ ਨਾ ਬਰਦਾਸ਼ਤ ਕਰਦੇ, ਸਹਿਣਸ਼ੀਲਤਾ ਨਹੀਂ ਹੁੰਦੀ, ਤੇ ਫਿਰ ਪਤਾ ਨਹੀਂ ਇੰਝ ਲੱਗਦਾ ਹੈ ਕਿ ਪਤਾ ਨਹੀਂ ਕਿੰਨੇ ਕੁ ਕਿਲੋਮੀਟਰ ਆਪਾਂ ਇੱਕ ਦੂਸਰੇ ਤੋਂ ਦੂਰ ਰਹਿੰਦੇ ਹਾਂ। ਔਰ ਇਹਦਾ ਇੱਕੋ ਹੀ ਗੁਣ ਆ, ਦੂਜੇ ਨੂੰ ਮਾਫ ਕਰ ਦਿਓ। ਜੇਕਰ ਆਪਾਂ ਚਾਹੁੰਦੇ ਹਾਂ ਦੂਰੀਆਂ ਖਤਮ ਕਰ ਦਿੱਤੀਆਂ ਜਾਣ, ਤੇ ਥੋੜਾ ਜਿਹਾ ਦਿਲ ਵੱਡਾ ਕਰੋ ਔਰ ਮਾਫੀ ਦਾ ਜਿਹੜਾ ਗੁਣ ਹੈ ਨਾ, ਉਹਨੂੰ ਅਖਤਿਆਰ ਕਰੋ। ਇਹਦੇ ਨਾਲ ਕੀ ਹੋਊਗਾ, ਦੂਜਾ ਸੁਧਰੇ ਨਾ ਸੁਧਰੇ, ਪਰ ਤੁਹਾਡਾ ਜੀਵਨ ਬੜਾ ਸੌਖਾ ਹੋ ਜਾਏਗਾ, ਸੁਖੀ ਹੋ ਜਾਓਗੇ ਤੁਸੀਂ, ਔਰ ਤੁਹਾਡਾ ਧਿਆਨ ਭਗਤੀ 'ਚ ਹੋਰ ਜ਼ਿਆਦਾ ਲੱਗੇਗਾ। ਵੈਸੇ ਵੀ ਘਰੇ ਜੇ ਥਰਮਾਮੀਟਰ ਹੈਗਾ ਤੇ ਇਹਦੇ ਨਾਲ ਪਤਾ ਲੱਗ ਜਾਂਦਾ ਕਿ ਸਾਡੇ ਅੰਦਰ ਕਿੰਨਾ ਕੁ ਟੈਂਪਰੇਚਰ ਹੈ। ਜੇ ਕੋਈ ਸਾਡੇ ਅੰਦਰ ਔਗਣ ਨੂੰ ਪ੍ਰਗਟ ਕਰਦਾ ਹੈ ਨਾ, ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਆਪਣੇ ਬਾਰੇ ਗਿਆਨ ਹੁੰਦਾ ਹੈ। ਤੇ ਅੱਜ ਦੀ ਵਿਚਾਰ ਨਿੱਜਰ ਸਾਹਿਬ ਮੈਂ ਇੰਨੀ ਕਹਿਣਾ ਚਾਹੁੰਦਾ। ਹੁਣ ਮੈਂ ਵਾਪਸ ਜਾਣਾ ਘਰੇ ਤੇ ਆਪ ਸਮਾਧੀ 'ਚ ਪ੍ਰਵੇਸ਼ ਕਰਾ ਦੋ। ਠੀਕ ਹੈ ਜੀ ਨਿੱਜਰ ਸਾਹਿਬ, ਆਪ ਕੁਝ ਕਹਿਣਾ ਚਾਹੁੰਦੇ? ਨਹੀਂ ਕੁਛ ਨਹੀਂ, ਇੱਕ ਪੌੜੀ ਰਹਿ ਗਈ ਆ, ਉਹ ਪੌੜੀ ਲੈਣੀ ਆ ਬਸ। ਹਾਂ ਬੋਲੋ ਸਰ, ਬੋਲੋ। ਹਾਂ, ਪੌੜੀ ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਕਹਿੰਦੇ ਅੰਗ ਨੰਬਰ ਬੋਲ ਦਿਓ। ਅੰਗ ਨੰਬਰ ਹੈ 312। ਹਾਂਜੀ ਠੀਕ ਹੈ, ਬੋਲੋ ਜੀ। ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਆਹ ਮਹਾਰਾਜ ਦੱਸ, ਜਿਹੜੇ ਭਗਤੀ ਕਰਨ ਵਾਲੇ ਹੁੰਦੇ ਆ, ਜਿਹੜੇ ਗੁਰਸਿੱਖ ਹੁੰਦੇ ਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਹੈ, ਜਿਨ੍ਹਾਂ ਨੇ ਐਕਸ਼ਨ ਕਰਨੀ ਆ ਉਹਦੇ ਉੱਤੇ, ਕਹਿੰਦੇ ਸੌਂਦੇ ਵੀ ਵਾਹ ਵਾਹ ਉਚਰੈ, ਉੜਦੇ ਵੀ ਵਾਹੋ ਕਰੇਨ, ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸਮਾ ਲੈਨ।
ਕਹਿੰਦੇ ਸੌਣ ਵੇਲੇ ਵੀ ਤੇ ਉੱਠਦੇ ਵੀ, ਦੋਨੋਂ ਟਾਈਮ ਕਹਿੰਦੇ ਪਰਮਾਤਮਾ ਦੇ ਨਾਲ ਜੁੜਦੇ ਆ, ਕਿਉਂਕਿ ਆਤਮਾ 'ਚ ਜਾਂਦੇ ਆ ਤੇ ਆਤਮਾ 'ਚ ਆਉਂਦੇ ਆ। ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਉਦੋਂ ਵੀ ਜਿਹੜਾ ਸੱਚ ਨੂੰ ਚਾਵਦੇ ਆ ਭਾਈ, ਅਰਾਧੇ ਜਿਹੜੇ ਮਾਲਕ ਨੂੰ ਯਾਦ ਕਰਦੇ ਆ। ਸੌਣ ਵੇਲੇ ਵੀ, ਸੱਚ ਸੁੱਤਿਆਂ ਮਤਲਬ ਸੌਣ ਵੇਲੇ, ਆ 2 ਟਾਈਮ ਮਹਾਰਾਜ ਕਹਿ ਰਹੇ ਆ। ਇਹ ਨਹੀਂ ਵੀ ਸੁੱਤੇ ਪਏ ਜਿਹੜੇ ਹੈਗੇ, ਕਹਿੰਦੇ ਸੁੱਤਿਆਂ ਜਿਹੜਾ ਮਤਲਬ ਜਿਹੜੇ ਸੌਣ ਵੇਲੇ ਤੇ ਉੱਠਦੇ ਟਾਈਮ। ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਸੇ ਵਿਰਲੇ ਯੁਗ ਮੈਂ ਜਾਣੀਏ, ਜੋ ਗੁਰਮੁਖੇ ਸੱਚ ਰਵੇ। ਕਹਿੰਦੇ ਇਹੋ ਜਿਹੇ ਭਾਈ ਵਿਰਲੇ ਹੁੰਦੇ ਆ ਜਿਹੜੇ ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ ਸੱਚ ਦੇ ਵਿੱਚ ਰਵ ਜਾਂਦੇ ਆ। ਰੰਗੇ ਜਾਣਾ ਤੇ ਰਵ ਜਾਣਾ ਉਹਦੇ ਵਿੱਚ, ਖੁੱਭ ਜਾਣਾ ਉਹਦੇ ਵਿੱਚ। ਹੋਂ ਬਲਿਹਾਰੀ ਤਿਨਕੋ ਜੇ ਅਨਦਿਨ ਸੱਚ ਲਵੇ। ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਆ ਜਿਹੜੇ ਕੋਈ ਦਿਨ ਛੱਡਦੇ ਹੀ ਨਹੀਂ ਆ, ਅਨਦਿਨ ਇਸੇ ਤਰੀਕੇ ਨਾਲ ਸੱਚ ਨੂੰ ਲੈਂਦੇ ਆ। ਜਿਨ ਮਨ ਤਨੇ ਸੱਚਾ ਭਾਵਦਾ, ਸੇ ਸੱਚੀ ਦਰਗੇ ਗਵੇ। ਜਿਨ੍ਹਾਂ ਦੇ ਇਸ ਤਰ੍ਹਾਂ ਮਨ ਔਰ ਤਨ ਦੇ ਨਾਲ ਉਹ ਸੱਚਾ ਪਰਮਾਤਮਾ ਭਾਵਦਾ, ਪਾ ਜਾਂਦਾ ਹੈ ਭਾਈ, ਪਿਆਰ ਪੈ ਜਾਂਦਾ ਹੈ ਮਾਲਕ ਪਰਮਾਤਮਾ ਦੇ ਨਾਲ, ਮਨ ਕਰਕੇ ਵੀ ਤਨ ਕਰਕੇ ਵੀ। ਕਹਿੰਦੇ ਸੇ ਸੱਚੀ, ਤਨ ਕਰਕੇ ਕੀ ਮਤਲਬ ਬਈ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹ ਵੀ ਭਗਤੀ 'ਚ ਸਹਾਇਕ ਆ। ਉਹ ਵੀ ਜਿਹੜੇ ਹੈਗੇ ਪਰਾਇਆ ਤਨ, ਪਰਾਇਆ ਰੂਪ, ਪਰਾਇਆ ਤਨ ਨਹੀਂ ਜਾਂਦੀਆਂ ਉਸ ਪਾਸੇ ਸਵਾਦਾਂ ਦੇ ਵਿੱਚ। ਜਿਨ ਮਨ ਤਨੇ ਸੱਚਾ ਭਾਵਦਾ, ਸੇ ਸੱਚੀ ਦਰਗੇ ਗਵੇ। ਕਹਿੰਦੇ ਉਹੀ ਪਰਮਾਤਮਾ ਦੀ ਦਰਗਾਹ 'ਚ ਪਹੁੰਚਦੇ ਆ ਭਾਈ, ਉਹੀ ਪਾਸ ਆਊਟ ਹੁੰਦੇ ਆ, ਉਹੀ ਖਰਾ ਸੋਨਾ ਹੈਗਾ 24 ਕੈਰਟ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਕਹਿੰਦੇ ਜਨ ਨਾਨਕ ਬੋਲੇ ਸੱਚ ਨਾਮ, ਆਪਣੇ ਆਪ ਨੂੰ ਕਹਿ ਰਹੇ ਭਾਈ ਮੈਂ ਤਾਂ ਭਾਈ ਆਹੀ ਪਰਮੇਸ਼ਰ ਦਾ ਨਾਮ ਬੋਲਦਾ ਹੈ ਭਾਈ। ਐਸਾ ਪਰਮੇਸ਼ਰ ਦਾ ਨਾਮ ਹੈਗਾ ਕਿ ਜਦ ਮਰਜੀ ਬੋਲੋ, ਜਦ ਮਰਜੀ ਬੋਲੋ, ਇਹ ਹਮੇਸ਼ਾ ਹੀ ਨਵਾਂ ਹੀ ਰਹਿੰਦਾ ਆ। ਇਹ ਹਮੇਸ਼ਾ ਹੀ ਨਵੇਂ ਵਾਂਗੂ ਹੀ ਰਹੂਗਾ। ਜਿਸ ਤਰ੍ਹਾਂ ਨਵੀਂ ਕੋਈ ਚੀਜ਼ ਹੋਏ ਉਹਦੇ ਨਾਲ ਆਪਾਂ ਨੂੰ ਇੱਕਦਮ ਇੰਟਰਸਟ ਹੁੰਦਾ ਹੈ। ਕਹਿੰਦੇ ਇਹ ਹਮੇਸ਼ਾ ਹੀ ਨਵਾਂ ਰਹੂਗਾ ਭਾਈ, ਹਮੇਸ਼ਾ ਹੀ ਨਵਾਂ ਰਹੂਗਾ, ਜਦ ਮਰਜੀ ਬੋਲ ਲਾ। ਸੱਚਾ ਐਸਾ ਹੈ ਪਰਮੇਸ਼ਰ ਦੀ ਭਗਤੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਬਿਲਕੁਲ ਸਹੀ ਕਿਹਾ ਹੈ। ਬਾਣੀ ਚ ਇੱਕ ਤੁਕ ਆਉਂਦੀ ਹੈ, ਸਾਹਿਬ ਮੇਰਾ ਨੀਤ ਨਵਾਂ। ਹਾਂ, ਨੀਤ ਨਵਾਂ ਦਾ ਮਤਲਬ ਹਮੇਸ਼ਾ ਜਦ ਵੀ ਮੈਂ ਯਾਦ ਕਰਦਾ ਉਹਨੂੰ ਮੈਨੂੰ ਨਵਾਂ ਹੀ ਲੱਗਦਾ ਉਹ। ਹਾਂ, ਤੁਸੀਂ ਜਿਹੜੀ ਸਮਾਧੀ ਚ ਅੱਜ ਪ੍ਰਵੇਸ਼ ਕੀਤਾ ਕੱਲ ਨਹੀਂ ਮਿਲਣੀ, ਕੱਲ ਹੋਰ ਮਿਲੇਗੀ। ਕੱਲ ਕਰੋਗੇ ਉਹ ਹੋਰ ਹੈਗੀ ਹੈ, ਪਰਸੋਂ ਹੋਰ ਮਿਲੇਗੀ। ਭਾਵੇਂ ਘੰਟੇ ਬਾਅਦ ਬਹਿ ਕੇ ਵੇਖ ਲਓ, ਕਿਉਂਕਿ ਜਿੱਦਾਂ ਨਦੀ ਦਾ ਪਾਣੀ ਗਾਂਹ ਤੁਰ ਪੈਂਦਾ, ਉਸੇ ਤਰ੍ਹਾਂ ਹੀ ਬ੍ਰਹਮ ਦੇ ਅੰਦਰ ਆਪਾਂ ਗਹਿਰੇ ਉਤਰਦੇ ਜਾਂਦੇ ਹਾਂ। ਠੀਕ ਹੈ ਜੀ। ਉਹ ਕਹਿੰਦੇ ਸੁੱਤਿਆਂ ਤੇ ਜਾਗਦਿਆਂ ਵੀ ਜੇ ਆਪਾਂ ਉਹਦਾ ਨਾਮ ਉਚਾਰਨ ਕਰਦੇ ਹਾਂ ਤੇ ਬਹੁਤ ਵੱਡੀ, ਬਹੁਤ ਬੋਲੇ ਤੇ ਬਹੁਤ। ਉਹ ਕਹਿੰਦੇ ਕਿ ਦਿਨੇ ਤੇ ਮਤਲਬ ਰਾਤੀ, ਮਤਲਬ ਸੁੱਤਿਆਂ ਮਤਲਬ ਇਹ ਨਹੀਂ ਕਿ ਹੁਣ ਸੁੱਤੇ ਦੀ ਗੱਲ ਕਰਦੇ ਆ, ਇਹ ਨਹੀਂ ਕਿ ਰਾਤ ਨੂੰ ਉੱਠ ਕੇ ਤੁਸੀਂ ਸ਼ੁਰੂ ਹੋ ਜਾਓ, ਬਹਿ ਵੀ ਜਾਓ ਤੇ ਕੋਈ ਮਾੜੀ ਚੀਜ਼ ਨਹੀਂ ਆ। ਪਰ ਮਤਲਬ ਇੰਨਾ ਹੀ ਹੈ ਕਿ ਤੁਸੀਂ ਸੌਣ ਵੇਲੇ ਦੇ ਟਾਈਮ ਸੌਣ ਵੇਲੇ ਵੀ ਜੇਕਰ ਬੰਦਗੀ ਕਰਦੇ ਜੋ ਤੇ ਬਹੁਤ ਵੱਡੀ ਗੱਲ ਹੈ। ਵੈਸੇ ਦਿਨੇ ਵੀ ਉੱਠ ਕੇ ਕਰਦੇ ਜੋ ਤੇ ਬਹੁਤ ਵਧੀਆ ਗੱਲ। 2 ਟਾਈਮ ਦੀ ਗੱਲ ਕਰਦੇ, ਸਵੇਰੇ ਤੇ ਸ਼ਾਮ। ਬਿਲਕੁਲ ਹਾਂ, ਇਹਦਾ ਮਤਲਬ ਇੰਨਾ ਹੀ ਹੈ। ਤੇ ਵਿਰਲੇ ਜਗ ਮੈਂ ਜਾਣੀਏ, ਜੋ ਗੁਰਮੁਖ ਸੱਚ ਰਵ। ਪਰ ਵੇਖੋ ਵਿਰਲੇ ਹੀ ਲੱਭਦੇ ਹਨ, ਬਹੁਤੇ ਲੋਕ ਨਹੀਂ ਹੈ। ਕਿੱਥੇ ਕੋਈ ਸੱਚ ਨੂੰ ਖਰੀਦਣ ਦੇ ਲਈ ਕੋਈ ਫਿਫਰੀ ਹੈਗੀ ਲੋਕਾਂ ਕੋਲ? ਗੱਲਾਂ ਹੀ ਕਰ ਰਹੀਆਂ। ਪਾਣੀ ਕਹਿੰਦੀ ਗੱਲੀਆਂ ਸੀ ਚੰਗੀਆਂ, ਅਚਾਰੀ ਬੁਰੀਆਂ। ਸੱਚ ਨੂੰ ਖਰੀਦਣਾ ਬਹੁਤ ਔਖਾ, ਬਹੁਤ ਔਖਾ। ਇੰਨਾ ਔਖਾ ਜਿੱਦਾਂ ਕਿ ਇਹਦੀ ਪੰਡ ਚੁਕਾਉਣੀ ਹੋਵੇ, ਜ਼ੋਰ ਲੱਗਦਾ, ਸਰੀਰ ਇੱਕਦਮ ਬੈਂਡ ਹੋ ਜਾਂਦਾ। ਪਰ ਇੱਕ ਗੱਲ ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਬਾਰ-ਬਾਰ ਕਹਿੰਦਾ, ਮੇਰੀ ਜ਼ਿੰਦਗੀ 'ਚ ਨਾ ਕੁਝ ਅਸੂਲ ਹੈਗੇ ਆ। ਮੈਂ ਤੁਹਾਨੂੰ ਦੱਸਾਂਗਾ ਤਾਂ ਹੀ ਪਤਾ ਲੱਗੂਗਾ। ਜਿੱਥੋਂ ਵੀ ਸੱਚ ਮਿਲਦਾ ਮੈਂ ਖਰੀਦ ਲੈਂਦਾ ਉਹਨੂੰ। ਸੱਚ ਦੀ ਕੀਮਤ ਆ, ਉਹੀ ਤੁਹਾਡੇ ਨਾਲ ਜਾਣਾ ਵਾ। ਜਿੱਥੇ ਵੀ ਤੁਹਾਨੂੰ ਸੱਚ ਮਿਲੇ ਪਲੀਜ਼ ਉਹਨੂੰ ਖਰੀਦ ਲਿਓ, ਭੱਜਿਓ ਨਾ। ਜ਼ੋਰ ਲੱਗ ਜੇ। ਕਬੀਰ ਸਾਹਿਬ ਕਹਿੰਦੇ ਆ, ਔਗੜ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਜਿੱਥੇ ਸੱਚ ਮਿਲਦਾ ਮੈਂ ਖਰੀਦ ਰਿਹਾ। ਮੈਨੂੰ ਪਤਾ ਨੁਕਸਾਨ ਆ, ਪਰ ਪਰਵਾਹ ਨਹੀਂ। ਦੂਜੀ ਤਰਫ ਪਤਾ ਕੀ ਮਿਲਦਾ ਹੈ, ਉਹਦੀ ਕੀਮਤ ਨਹੀਂ ਹੈ। ਪਰਮਾਤਮਾ ਦੀ ਕੋਈ ਕੀਮਤ ਨਹੀਂ। ਆਪ ਸਮਝਦੇ ਜੋ ਤੁਹਾਨੂੰ ਕੀ ਮਿਲਣਾ ਹੈ? ਕੋਈ ਉਹ ਮਿਲਣਾ ਹੈ ਜਿਹਨੇ ਸਾਰਾ ਕੁਝ ਰਚਿਆ ਹੈ। ਬਿਲਕੁਲ, ਉਹ ਬਹੁਤ ਵੱਡੀ ਪ੍ਰਾਪਤੀ ਹੈ।
ਐਵੇਂ ਬੱਚਿਆਂ ਦਾ ਕੰਮ ਨਾ ਕਰਿਓ, ਐਵੇਂ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ। ਬਾਣੀ ਤੇ ਕਹਿੰਦੀ ਆ ਕਿ ਰਾਜਾ ਵੀ ਬਣ ਜਾਏਗਾ ਤੂੰ ਸੁਖੀ ਨਹੀਂ ਹੋ ਸਕਦਾ। ਪਰ ਇਹ ਜੇ ਤੁਹਾਨੂੰ ਪ੍ਰਮਾਤਮਾ ਮਿਲ ਜੇ ਤੇ ਹੋਰ ਕੀ ਚਾਹੀਦਾ ਤੁਹਾਨੂੰ? ਵੈਸੇ ਵੀ ਕੀ ਕਰਨਾ ਹੈ? ਕਿਸੇ ਦੀ ਚੀਜ਼ ਦੀ ਲੋੜ ਨਹੀਂ ਆਪਾਂ ਨੂੰ। ਆਪ ਪਲੀਜ਼ ਅੰਡਰਸਟੈਂਡ ਕਰੋ, ਔਰ ਜਿੱਥੇ ਸੱਚ ਮਿਲੇ ਉਹਨੂੰ ਖਰੀਦ ਲੈਣਾ। ਹਾਂਜੀ ਨੱਜਰ ਸਾਹਿਬ, ਹੋਂ ਬਲਿਹਾਰੀ ਤਿੰਨ ਕੇ ਜੋ ਅਨਦਿਨ ਸੱਚ ਲਵੇ। ਜਿਹੜੇ ਲੈਂਦੇ ਆ ਸੱਚ ਨੂੰ, ਮੈਂ ਤਾਂ ਬਲਿਹਾਰ ਆ ਭਾਈ। ਹਾਂ, ਜਿਹੜੇ ਅਨਦਿਨ ਹਰ ਦਿਨ ਹਾਂ। ਕਹਿੰਦੇ ਨਹੀਂ ਅੱਜ ਕਰਕੇ ਗੱਲ ਕੱਲ ਭੁੱਲ ਜੇ। ਹਰ ਦਿਨ ਤੇ ਸਵੇਰ ਤੋਂ ਸ਼ਾਮ ਤੋਂ ਬਸ ਡਟ ਜਿਆ ਕਰੋ। ਜਿੱਥੇ ਸੱਚ ਮਿਲੇ ਉਹਨੂੰ ਖਰੀਦ ਲੈ। ਬਹੁਤ ਕੀਮਤੀ ਹੈ। ਸੱਚ ਨੂੰ ਲੈਣਾ ਬੜਾ ਔਖਾ, ਆਸਾਨ ਤੇ ਨਹੀਂ। ਮੈਂ ਪਰ ਉਹ ਬਾਣੀ ਕਹਿੰਦੀ ਆਖਣਾ ਔਖਾ ਸੱਚਾ ਨਾ ਹੋ, ਪਰ ਫਿਰ ਵੀ ਤੂੰ ਬੋਲੀ। ਬਾਣੀ ਨਹੀਂ ਕਹਿੰਦੀ ਬਹੁਤ ਆਸਾਨ ਹੈ। ਬਾਣੀ ਕਹਿੰਦੀ ਆ ਆਖਣਾ ਔਖਾ ਸੱਚਾ ਨਾ ਹੋ। ਰੱਬ ਉਸ ਸੱਚੇ ਦੇ ਵੱਲ ਜਾਣਾ ਬੜਾ ਔਖਾ ਹੈ, ਪਰ ਫਿਰ ਵੀ ਤੂੰ ਜਾਵੀਂ, ਕਿਉਂਕਿ ਆਸਾਨ ਨਹੀਂ ਆ, ਈਜ਼ੀ। ਉਹ ਸਾਨੂੰ ਪਹਿਲਾਂ ਹੀ ਪ੍ਰਪੇਅਰ ਕਰਦੇ ਆ ਕਿ ਤੁਸੀਂ ਕਿਤੇ ਇਹ ਨਾ ਸੋਚਿਓ ਕਿ ਤੁਸੀਂ ਭਗਤੀ ਕਰਨੀ ਸ਼ੁਰੂ ਕਰਤੀ ਤੇ ਤੁਹਾਡੇ ਜੀਵਨ 'ਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਨਿੱਜਾ ਸਾਹਿਬ ਸੱਚ ਆ, ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਇਹ ਤਾਂ ਜਿਹੜੀ ਆ ਸਿੱਲ ਆਲੂਣੀ ਚੱਟੀਏ, ਆਲੂਣੀ ਆ ਸਿੱਲ, ਇਹਦੇ ਤੇ ਲੂਣ ਵੀ ਹੈ ਨਹੀਂਗਾ। ਪਹਿਲਾਂ ਪਰਮਾਤਮਾ ਬਿਲਕੁਲ ਟੇਸਟਲੈਸ ਆ, ਉੱਥੇ ਟੇਸਟ ਨਹੀਂ ਹੈਗਾ, ਕਿਉਂਕਿ ਉੱਥੇ ਇੰਦਰੀਆਂ ਨਹੀਂ ਹੈਗੀਆਂ। ਉਹ ਕਹਿੰਦੇ ਆ ਕਿ ਇਹ ਕੰਮ ਕਰਨਾ ਵਾ, ਪੱਕਾ ਕਰਦੇ ਆ। ਕਿਤੇ ਕਹਿੰਦੇ ਨਹੀਂ ਕਿ ਕਨਫਿਊਜ਼ ਨਹੀਂ ਕਰ ਰਹੇ, ਉਹ ਕਹਿੰਦੇ ਜੋ ਮਰਜ਼ੀ ਟੇਸਟ ਹੋਵੇ, ਜੋ ਮਰਜ਼ੀ ਆ, ਤੂੰ ਉਧਰ ਜਾਣਾ। ਠੀਕ ਹੈ ਜੀ, ਅੱਗੇ ਚਲੋ ਨਿੱਜਰ ਸਾਹਿਬ। ਕਹਿੰਦੇ ਇਹ ਜਿਹੜਾ ਹੈ ਜਿਨ ਮਨ ਤਨ ਸੱਚਾ ਭਾਵਦਾ, ਜਿਨ੍ਹਾਂ ਦੇ ਮਨ ਤਨ ਨੂੰ ਸੱਚਾ ਭਾਵਦਾ ਉਹੀ ਖਰੀਦਣਗੇ ਭਾਈ, ਤੇ ਜਿਹੜੇ ਖਰੀਦਣਗੇ ਉਹ ਸੱਚੀ ਦਰਗਾਹ ਦੇ ਵਿੱਚ ਚਲੇ ਜਾਣਗੇ ਭਾਈ, ਐਕਸੈਪਟ ਹੋ ਜਾਣਗੇ। ਹਾਂਜੀ ਵੀਰ ਜੀ। ਹਾਂ, ਵੇਖ ਲਓ ਫਿਰ ਅਗਲੇ ਬੰਨੇ ਉਹ ਨਾਲ ਹੀ ਸਟੇਟਮੈਂਟ ਕਰਦੇ ਹੈ ਕਿ ਨਹੀਂ, ਜੇ ਤੂੰ ਮਨ ਤੇ ਤਨ ਦੇ ਤੌਰ ਤੇ ਜੇ ਤੂੰ ਸੱਚਾ ਚੰਗਾ ਲੱਗਦਾ ਹੈ ਨਾ ਸੱਚ, ਤੇ ਫਿਰ ਤੂੰ ਦਰਗਾਹ 'ਚ ਤੇਰੀ ਵੈਲਿਊ ਪਊਗੀ, ਕਿਉਂਕਿ ਦਰਗਾਹ ਦੇ ਵਿੱਚ ਸੱਚ ਹੀ ਉੱਥੇ ਲੈਣਾ ਵਾ ਉਹਨੇ। ਸੱਚ ਦੀ ਮੁੱਲ ਹੈ ਉੱਥੇ, ਸੱਚ ਦੇ ਨਿਬੇੜੇ ਹੋਣੇ ਆ। ਉੱਥੇ ਕੋਈ ਨਿਬੇੜਾ ਨਹੀਂ ਨਾ। ਤੂੰ ਕਿੰਨੀਆਂ ਕੋਠੀਆਂ ਤੇ ਕਿੰਨੀਆਂ ਜ਼ਮੀਨਾਂ ਬਣਾਈਆਂ, ਉਹ ਜਹਾਜ਼ ਜਿਹੜੇ ਨਾ ਇੱਥੇ ਰਹਿ ਜਾਣੇ ਆ, ਉਹ ਤੇ ਲੈਂਦੇ ਨਹੀਂ ਸੀ। ਆਪਾਂ ਖਾਲੀ ਹੱਥ ਆਏ ਸਾਂ, ਸਗੋਂ ਆਏ ਤਾਂ ਮੁੱਠੀ ਬੰਦ ਸੀ, ਜਾਂਦਿਆਂ ਤੁਹਾਡੀ ਮੁੱਠੀ ਖੁੱਲ ਜਾਣੀ। ਬਿਲਕੁਲ। ਔਰ ਇਹ ਸੰਸਾਰ ਦਾ ਰੂਪ ਤੁਹਾਡੇ ਸਾਹਮਣੇ ਪ੍ਰਗਟ ਹੋਊਗਾ। ਤੁਸੀਂ ਮੈਨੂੰ ਖੁਦ ਫੋਨ ਕਰ ਦੇਣਾ ਕਿ ਚਰਨਜੀਤ ਬੜੇ ਮੈਂ ਖੁਸ਼ੀ ਨਾਲ ਜਾ ਰਿਹਾ। ਨਹੀਂ, ਆਖਰ ਤੇ ਤੁਸੀਂ ਕਹਿਣਾ ਹੈ ਕਿ ਇਹ ਸੰਸਾਰ ਦਾ ਰੂਪ ਏਦਾਂ ਦਾ ਸੀ, ਉਹ ਮੈਂ ਤੇ ਕੁਝ ਹੋਰ ਸਮਝਿਆ ਸੀ। ਉਹ ਜਿਨ੍ਹਾਂ ਨੂੰ ਮੈਂ ਛਾਤੀ ਤੇ ਬਾ ਕੇ ਪਾਲਿਆ, ਜਿਨ੍ਹਾਂ ਨੂੰ ਮੈਂ ਭੁੱਖਾ ਰਹਿ ਕੇ ਪਤਾ ਨਹੀਂ ਕਿੱਥੇ ਮੈਂ ਕੰਮ ਕਰਦਾ ਰਿਹਾ, ਕਿੱਥੋਂ ਫਰੂਟ ਲਿਆ ਕੇ ਦਿੰਦਾ ਰਿਹਾ, ਪਤਾ ਨਹੀਂ ਜਿਹੜੇ ਮਾੜੇ ਜਿਹੇ ਬਿਮਾਰ ਹੁੰਦੇ ਸੀ ਮੈਂ ਕਿੱਦਾਂ ਡਾਕਟਰਾਂ ਕੋਲ ਧੱਕੇ ਖਾਂਦਾ ਰਿਹਾ, ਕਿਤੇ ਲੋਨ ਚੁੱਕ ਕੇ ਉਹਨਾਂ ਨੂੰ ਪੜ੍ਹਾਈਆਂ ਕਰਾਈਆਂ। ਆਖਰ ਤੇ ਸਾਰੇ ਭੁੱਲ ਜਾਂਦੇ ਆ। ਇਹਨੇ ਯਾਦ ਨਹੀਂ ਰੱਖਣਾ ਤੁਹਾਨੂੰ। ਉਹ ਕਹਿੰਦਾ ਤੂੰ ਮੇਰੇ ਤੇ ਕੀ ਕੀਤਾ, ਉਹ ਕੋਈ ਸਣ ਕੀਤਾ। ਮੁੜ ਕੇ ਤੁਸੀਂ ਉਹਦੇ ਘਰ ਜਾਓਗੇ ਤੇ ਉਹਨਾਂ ਨੇ ਕਹਿਣਾ ਪਾਪਾ ਜ਼ਿਆਦਾ ਤੂੰ ਸਾਨੂੰ ਡਿਸਟਰਬ ਬੜਾ ਕਰਦਾ, ਕਿ ਤੇਰਾ ਕੋਈ ਵੱਖਰਾ ਹੀ ਕਮਰਾ ਬਣਾ ਦਈਏ, ਫਿਰ ਤੁਹਾਡਾ ਲੱਭ ਚ ਵੀ ਚੁੱਪਣਾ। ਇਹ ਸੰਸਾਰ ਹੈ, ਇੰਨੀ ਬੰਦੇ ਦੀ ਹੁੰਦੀ ਆ ਤੇ ਫਿਰ ਵੀ ਬੰਦਾ ਕਿੱਥੇ ਹਟਦਾ ਹੈ। ਇਹ ਮੋਹ ਆ, ਇਹ ਮਾਇਆ ਦਾ ਇੰਨੀ ਚਮਕ ਆ, ਉਹ ਸਾਨੂੰ ਦਿਖਦੀ ਨਹੀਂ ਚੀਜ਼। ਮੈਂ ਨਹੀਂ ਕਹਿੰਦਾ ਕਿ ਪਰਿਵਾਰ ਨਹੀਂ ਪਾਲਣਾ, ਪਾਲੋ, ਪਰ ਏਦਾਂ ਦਾ ਕੋਈ ਕਰਮ ਨਹੀਂ ਕਰਨਾ, ਕਿਉਂਕਿ ਉਹ ਜਿੱਦਾਂ ਤੁਸੀਂ ਮਾੜੇ ਕਰਮ ਕਹਿ ਲਓ ਜਾਂ ਕਿੱਦਾਂ ਵੀ ਕਹਿ ਕੇ ਉਹ ਜਿਹੜਾ ਰੁੱਖ ਨੂੰ ਪਾਣੀ ਪਾਉਣਾ ਨਾ, ਰੁੱਖ ਦੇ ਅੰਦਰ ਆਉਣਾ ਵਾ ਉਹ ਅਸਰ। ਠੀਕ ਹੈ ਜੀ। ਤੇ ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਅੱਗੇ ਕਹਿੰਦੇ ਆ ਭਾਈ ਮੈਂ ਤਾਂ ਪਰਮੇਸ਼ਰ ਦਾ ਨਾਮ ਬੋਲਦਾ ਭਾਈ, ਮੈਂ ਤਾਂ ਬਿਲਕੁਲ ਬਸ ਸੱਚ, ਜਨ ਨਾਨਕ ਬੋਲੇ ਸੱਚ ਨਾਮ। ਕਹਿੰਦੇ ਮੈਨੂੰ ਤਾਂ ਸੱਚ ਚਾਹੀਦਾ ਹੈ ਭਾਈ, ਔਰ ਸੱਚ ਦੀ ਪ੍ਰਾਪਤੀ ਹੋਣੀ ਹੈ ਸੱਚੇ ਨਾਮ ਦੇ ਦੁਆਰਾ। ਸੱਚ ਸੱਚਾ ਸਦਾ ਨਵੇਂ, ਔਰ ਇਹ ਹਮੇਸ਼ਾ ਹੀ ਜਿਹੜਾ ਹੈਗਾ ਨਵਾਂ ਹੀ ਹੁੰਦਾ ਹੈ ਭਾਈ, ਇਹ ਸੱਚਾ, ਇਹ ਪਰਮੇਸ਼ਰ ਦਾ ਨਾਮ। ਹਾਂਜੀ ਵੀਰ। ਹਾਂ, ਉਹ ਕਹਿੰਦੇ ਮੈਂ ਸੱਚ ਦਾ ਹੀ ਬਿਜ਼ਨਸ ਕਰਦਾ, ਔਰ ਮੈਂ ਜਿਵੇਂ ਬਿਜ਼ਨਸ ਕਰਦਾ ਮੇਰੇ ਅੰਦਰ ਹੋਰ ਉਸ ਬਿਜ਼ਨਸ ਕਰਨ ਦੀ ਇੱਛਾ ਪ੍ਰਗਟ ਹੁੰਦੀ ਹੈ, ਨਵੇਂ ਤੋਂ ਨਵਾਂ ਬਿਜ਼ਨਸ। ਇਸ ਕਰਕੇ ਸੱਚ ਦਾ ਬਿਜ਼ਨਸ ਹੀ ਕਰਨਾ ਕਾਮਯਾਬ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾਤਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਸੱਚਾ ਸੌਦਾ ਕਰਨ ਵਾਸਤੇ, ਉਹ ਤੂੰ ਕੀ ਕਰ ਰਿਹਾ। ਉਹ ਕਹਿੰਦੇ ਪਿਤਾ ਜੀ ਇਸ ਤੋਂ ਵਧੀਆ ਸੱਚਾ ਸੌਦਾ ਕੀ ਹੋ ਸਕਦਾ ਹੈ। ਉੱਥੇ ਰੋਟੀ ਖਾਣ ਲਈ ਪੈਸੇ ਨਹੀਂ ਹੈਗੇ ਸੀ, ਉਹ ਮੈਂ ਉਹਨਾਂ ਨੂੰ ਰੋਟੀ ਰਾਸ਼ਨ ਪਾ ਕੇ ਆ ਗਿਆ, ਔਰ ਉਹਨਾਂ ਦੇ ਲਈ ਇੰਨਾ ਰਾਸ਼ਨ ਹੋ ਗਿਆ, ਉਹਨੂੰ ਪਤਾ ਨਹੀਂ ਕਿੰਨੇ ਟਾਈਮ ਲਈ ਰਾਸ਼ਨ ਖਾ ਸਕਦੇ ਨੇ। ਭੁੱਖੇ ਸਾਧੂਆਂ ਨੂੰ ਨਹੀਂ, ਭੁੱਖੇ ਸਾਧੂਆਂ ਨੂੰ ਰਾਸ਼ਨ ਖਪਾਇਆ। ਤੇ ਇਹੋ ਸੱਚਾ ਸੌਦਾ ਹੈ ਜ਼ਿੰਦਗੀ ਦੇ ਵਿੱਚ। ਦੇਖੋ ਦੇਣਾ ਤੇ ਲੈਣਾ। ਮੈਂ ਸਿੰਪਲ ਜੀ ਗੱਲ ਕਰਦਾ, ਭਾਵੇਂ ਤੁਸੀਂ 1 ਰੁਪਈਆ ਵੀ ਕਿਸੇ ਦਾ ਚੁੱਕ ਕੇ ਲੈ ਆਇਓ ਨਾ ਤੇ ਗੜਬੜ ਹੈ। ਲੱਖ ਲੈ ਲਿਆ ਇੱਕੋ ਹੀ ਗੱਲ, 1 ਰੁਪਈਆ ਲੈ ਲਿਆ।
ਇੱਕੋ ਹੀ ਗੱਲ। ਚਲੋ ਜਿਹੜਾ ਜੀਵਨ ਬੀਤ ਗਿਆ, ਅੱਜ ਟਾਈਮ ਜਿਹੜਾ ਨਿਰਗੁਣ ਬ੍ਰਹਮ ਆ ਉਹ ਕਾਟਾ ਮਾਰਨ ਲਈ ਤਿਆਰ ਹੈ। ਪਿੱਛੇ ਬੀਤਿਆ ਉਹ ਛੱਡੋ, ਹੋ ਗਿਆ। ਜੇਕਰ ਅੱਜ ਆਪਾਂ ਸਟੈਪ ਚੇਂਜ ਕਰਨ ਲਈ ਤਿਆਰ ਆ, ਖੱਬੇ ਦੀ ਜਗ੍ਹਾ ਸੱਜਾ ਪੈਰ ਪੁੱਟਣ ਲਈ ਤਿਆਰ ਆ, ਤੇ ਜਾਓ ਪ੍ਰਮਾਤਮਾ ਮਾਫ ਕਰਦਾ। ਇਹ ਬਾਣੀ 'ਚ ਬਾਰ-ਬਾਰ ਲਿਖਿਆ ਗਿਆ ਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਮਾਫ ਕਰਨ ਦਿੰਦਾ ਹੈ। ਔਰ ਅੱਜ ਮੈਂ ਮਾਫੀ ਦੇ ਉੱਤੇ ਵੀ ਆਪਾਂ ਵਿਚਾਰ ਕੀਤੀ ਕਿ ਮਾਫ ਕਰ ਦੇਣਾ ਉਹ ਸਾਡੇ 'ਚ ਗੁਣ ਆ ਜੇ ਤੇ ਬੜੀ ਵੱਡੀ ਗੱਲ ਹੈ, ਪਰ ਪ੍ਰਮਾਤਮਾ 'ਚ ਗੁਣ ਹੈ, ਉਹ ਮਾਫ ਕਰ ਦਿੰਦਾ ਹੈ। ਉਹ ਕਿਤੇ ਵੀ ਨਹੀਂ ਸਾਨੂੰ ਮਨਾ ਕਰਦਾ, ਭਾਵੇਂ ਕਿੰਨੇ ਮਰਜ਼ੀ ਮਲੀਨ ਹੋਈਏ। ਆਤਮਾ ਕਿਤੇ ਮਨਾ ਥੋੜੀ ਕਰਦੀ ਹੈ। ਆਤਮਾ ਤੇ ਕਹਿੰਦੀ ਤੂੰ ਆ ਜਾ, ਤੂੰ ਮੇਰੇ ਕੋਲ ਆ ਜਾ, ਮੈਂ ਤੈਨੂੰ ਸਾਫ਼ ਸੁਥਰਾ ਕਰ ਦਿੰਦੀ ਹਾਂ। ਪਰ ਇਨਸਾਨ ਜਾਂਦਾ ਹੀ ਨਹੀਂ, ਵਿਰਲੇ ਜਾਂਦੇ ਆ, ਤੇ ਜਿਹੜਾ ਜਾਂਦਾ ਉਹਦਾ ਕੰਮ ਹੋ ਜਾਂਦਾ। ਬਸ ਇੰਨੀ ਗੱਲ ਜੇ। ਤੇ ਅੱਜ ਦੀ ਵਿਚਾਰ ਨੇ ਜੱਸਾ ਵੀ ਇੱਥੇ ਸਮਾਪਤ। ਹਾਂਜੀ ਵੀਰ ਜੀ, ਤੁਸੀਂ ਹੁਣ ਉਹ ਸਿਮਰਨ ਵੀ ਕਰਵਾ ਦਿਓ। ਮੈਂ ਕਹਿੰਦਾ ਤੁਸੀਂ ਕਰਵਾ ਦਿੰਦੇ। ਨਹੀਂ ਵੀਰ ਜੀ, ਬਸ ਮਸਾਂ ਤਾਂ ਆਏ ਨੇ ਤੁਸੀਂ। ਕੋਈ ਨਹੀਂ, ਮੈਂ ਕਰਾ ਦਿੰਦਾ। ਹਾਂਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣਾ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਮਨ। ਦੇਰ ਨੂੰ ਰੋਕਤਾ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।